परम सत्कारयोग ਉਪਸਥਿਤ ਸਾਧ ਸੰਗਤ ਜੀ, ਸਭ ਆਪਣੀ ਆਪਣੀ ਰਸਨਾ ਨੂੰ ਪਵਿੱਤਰ ਕਰੀਏ ਤੇ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ। ਇੱਕ ਵਾਰੀ ਨਾਮਧਾਰੀ ਹਿਰਦੇ ਸਮਰਾਟ ਸਤਿਗੁਰੂ ਨੂੰ ਯਾਦ ਕਰੀਏ। ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਤੁਸੀਂ ਹਾਜ਼ਰ ਨਾਜ਼ਰ ਸਭ ਥਾਂ ਹੋ। ਸਤਿਗੁਰ ਉਹਦੇ ਸਿੰਘ ਪਿਆਰੇ ਜੀ, ਹੈ ਮਿਹਰ ਤੁਸਾਂ ਦੀ ਸੰਗਤ ਤੇ ਸੰਗਤ ਹੈ ਤੁਸਾਂ ਸਹਾਰੇ ਜੀ। ਸਭ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ। ਸਾਧ ਸੰਗਤ ਜੀ, ਆਪ ਜੀ ਸ੍ਰੀ ਸਤਿਗੁਰੂ ਬਾਲਕ ਸਿੰਘ ਦਾ ਇਤਿਹਾਸ ਸਰਵਣ ਕਰ ਰਹੇ ਸੀ। ਗੁਰੂ ਬਾਲਕ ਸਿੰਘ ਜੀ ਦੇ ਚਰਨਾਂ ਵਿੱਚ ਸਾਧ ਸੰਗਤ ਆਉਂਦੀ ਹੈ। ਉਹ ਆਪਣੇ ਮਨ ਇੱਛੇ ਫਲ ਪ੍ਰਾਪਤ ਕਰਕੇ ਘਰਾਂ ਨੂੰ ਜਾਂਦੇ ਨੇ, ਗੁਰਸਿੱਖੀ ਦੀ ਦਾਤ ਲੈ ਕੇ ਜਾਂਦੇ ਨੇ। ਤੁਸੀਂ ਪਿੱਛੇ ਗੁਰੂ ਸਾਹਿਬ ਦਾ ਇਤਿਹਾਸ ਸਰਵਣ ਕੀਤਾ, ਸਤਿਗੁਰੂ ਗੋਬਿੰਦ ਸਿੰਘ ਜੀ ਦਾ, ਤਕਰੀਬਨ ਸਭ ਗੁਰੂ ਸਾਹਿਬ ਦਾ। ਸਾਧ ਸੰਗਤ ਜੀ, ਜਿਸ ਤਰ੍ਹਾਂ ਹਰ ਗੁਰੂ ਸਾਹਿਬ ਜਿਹੜੇ ਸਨ, ਉਹ ਆਪਣੇ ਸਮੇਂ ਅਨੁਸਾਰ ਸਾਧ ਸੰਗਤ ਦਾ ਉਧਾਰ ਲਈ, ਲੋਕਾਂ ਦਾ ਉਧਾਰ ਕਰਨ ਲਈ ਉਹ ਯਾਤਰਾਵਾਂ ਕਰਿਆ ਕਰਦੇ ਸਨ। ਪਰ ਸਤਿਗੁਰੂ ਬਾਲਕ ਸਿੰਘ ਜੀ ਦੇ ਇਤਿਹਾਸ ਵਿੱਚ ਕਿਤੇ ਵੀ ਇਹ ਨਹੀਂ ਆਉਂਦਾ ਕਿ ਗੁਰੂ ਸਾਹਿਬ ਕਿਤੇ ਯਾਤਰਾ ਕਰਨ ਲਈ ਬਾਹਰ ਗਏ ਹੋਣ। ਗੁਰੂ ਸਾਹਿਬ ਆਪਣਾ ਸਮਾਂ ਸਰਵਾਲੇ ਪਿੰਡ 'ਚ ਪ੍ਰਕਾਸ਼ ਹੁੰਦਾ, ਅਵਤਾਰ ਹੁੰਦਾ। ਉਸ ਤੋਂ ਬਾਅਦ ਸ਼ੋਈ ਵਿੱਚ ਉਹਨਾਂ ਦੇ ਪਿਤਾ ਜੀ ਦੁਕਾਨ ਕਰਦੇ ਸਨ। ਉਸ ਤੋਂ ਬਾਅਦ ਆਪਣੇ ਭਰਾ ਮੰਨਾ ਸਿੰਘ ਦੇ ਨਾਲ ਹਜਰੋਂ ਸਾਹਿਬ ਆ ਗਏ। ਗੁਰੂ ਸਾਹਿਬ ਹਜਰੋਂ ਸਾਹਿਬ ਹੀ ਨਿਵਾਸ ਕੀਤਾ। ਉਸ ਤੋਂ ਬਾਅਦ ਕਿਤੇ ਇਹ ਜ਼ਿਕਰ ਨਹੀਂ ਆਉਂਦਾ ਕਿ ਉਹ ਕਿਤੇ ਹਜਰੋਂ ਸਾਹਿਬ ਤੋਂ ਬਾਹਰ ਵੀ ਗਏ ਹੋਣ। ਜਦੋਂ ਵੀ ਗੁਰੂ ਸਾਹਿਬ ਦੇ ਕੋਲ ਸਿੱਖ ਆਉਂਦੇ ਨੇ, ਜਦੋਂ ਉਹਨਾਂ ਦੇ ਮਨ ਦੇ ਸ਼ੰਕੇ ਦੂਰ ਹੋ ਜਾਂਦੇ ਨੇ, ਫਿਰ ਉਹ ਅਰਜ਼ ਕਰਦੇ ਨੇ ਕਿ ਸਾਨੂੰ ਭਜਨ ਦੀ ਦਾਤ ਦਿੱਤੀ ਜਾਵੇ। ਗੁਰੂ ਸਾਹਿਬ 3 ਤਰੀਕਿਆਂ ਨਾਲ ਭਜਨ ਦੀ ਦਾਤ ਦਿੰਦੇ ਸਨ। ਇੱਕ ਤੇ ਜਿਹੜਾ ਆਪਾਂ ਕੰਨ ਵਿੱਚ ਭਜਨ ਮੰਤਰ ਲਈਦਾ ਹੈ ਗੁਰੂ ਸਾਹਿਬ ਦਾ, ਇਸ ਤਰ੍ਹਾਂ ਗੁਰੂ ਸਾਹਿਬ ਕੰਨ ਵਿੱਚ ਭਜਨ ਦਿੰਦੇ ਸਨ। ਦੂਸਰਾ, ਜਦੋਂ ਬਹੁਤ ਸਾਰੀ ਸੰਗਤ ਜ਼ਿਆਦਾ ਇਕੱਠੀ ਹੋ ਜਾਵੇ, ਉਹ ਸਾਰੀ ਸੰਗਤ ਨੂੰ ਇਕਾਂਤ ਵਿੱਚ ਬਾਹਰ ਲੈ ਜਾਣਾ, ਦੂਰ ਲਿਜਾ ਕੇ ਉੱਚੀ ਸਾਰਿਆਂ ਨੂੰ ਇਕੱਠਿਆਂ ਨੂੰ ਭਜਨ ਸੁਣਾ ਦੇਣਾ। ਇਸ ਤਰ੍ਹਾਂ ਵੀ ਭਜਨ ਦਿੱਤਾ ਜਾਂਦਾ ਸੀ। ਤੀਸਰਾ, ਇੱਕ ਦੋ ਵਾਰੀ ਜ਼ਿਕਰ ਹੁੰਦਾ ਕਿ ਇੱਕ ਮੁਸਲਮਾਨ ਆਇਆ, ਉਹ ਇੰਨਾ ਪ੍ਰਭਾਵਿਤ ਹੋਇਆ, ਉਹਦੇ ਮਨ ਵਿੱਚ ਇੱਛਾ ਜਾਗੀ ਕਿ ਮੈਨੂੰ ਵੀ ਭਜਨ ਚਾਹੀਦਾ ਹੈ। ਹੁਣ ਜਦੋਂ ਉਹਦੇ ਮਨ 'ਚ ਇੱਛਾ ਦੀ ਜਾਗੀ ਭਜਨ ਕਰਨ ਦੀ, ਭਜਨ ਪੁੱਛਣ ਦੀ, ਫਿਰ ਗੁਰੂ ਸਾਹਿਬ ਨੇ ਹੁਕਮ ਕੀਤਾ ਵੀ ਤੂੰ ਦੱਖਣ ਵੱਲ ਨੂੰ ਜਾ, ਜਾਂ ਕਿਸੇ ਹੁਕਮ ਕੀਤਾ ਤੂੰ ਬਾਹਰ ਇਕਾਂਤ ਜਾ ਕੇ ਬੈਠ ਜਾ, ਇੱਕ ਸਾਈਡ ਨੂੰ ਪਿੰਡ ਦੇ ਹੁਕਮ ਕੀਤਾ ਵੀ ਪਰਲੀ ਦਿਸ਼ਾ ਨੂੰ ਚਲੇ ਜਾ। ਜਦੋਂ ਉਸ ਦਿਸ਼ਾ ਵਿੱਚ ਜਾ ਕੇ ਉਹ ਬੈਠ ਗਿਆ, ਇਕਾਂਤ ਵਿੱਚ ਇਕੱਲਾ ਬੈਠਦਾ ਹੈ, ਉਹਨੂੰ ਫਿਰ ਉੱਥੇ ਆਕਾਸ਼ਬਾਣੀ ਹੁੰਦੀ ਹੈ। ਉਹ ਆਕਾਸ਼ਬਾਣੀ ਹੁੰਦੀ ਹੈ ਅਤੇ ਇਹੀ ਚੌਖਰਾ ਜਾਪ ਉਹਨੂੰ ਵੀ ਮਿਲਦਾ ਹੈ। ਇਸ ਤਰ੍ਹਾਂ ਆਕਾਸ਼ਬਾਣੀ ਦੇ ਰਾਹੀਂ ਵੀ ਗੁਰੂ ਸਾਹਿਬ ਭਜਨ ਦੀ ਦਾਤ ਦਿੱਤੀ ਕਈਆਂ ਨੂੰ। ਜਿਹੜਾ ਵੀ ਚਰਨਾਂ ਵਿੱਚ ਆਉਂਦਾ ਹੈ, ਗੁਰੂ ਸਾਹਿਬ ਦੇ ਮਨ ਇੱਛੇ ਫਲ ਪਾਉਂਦਾ ਹੈ, ਭਜਨ ਦੀ ਦਾਤ ਲੈਂਦਾ ਹੈ, ਅਤੇ ਇਸ ਸੰਸਾਰ ਨਾਲੋਂ, ਦੁਨੀਆ ਨਾਲੋਂ ਟੁੱਟ ਕੇ ਉਸ ਪਰਮਾਤਮਾ ਦੇ ਭਗਤੀ ਦੇ ਵਿੱਚ ਲੀਨ ਹੋ ਜਾਂਦਾ ਹੈ। ਜਿਸ ਤਰ੍ਹਾਂ ਮੈਂ ਕਾਫੀ ਸਿੱਖਾਂ ਦਾ ਕੱਲ੍ਹ ਜ਼ਿਕਰ ਕੀਤਾ ਸੀ, ਕਿਸ ਤਰ੍ਹਾਂ ਚਰਨਾਂ ਵਿੱਚ ਆਉਂਦੇ ਨੇ। ਸੱਚ ਪਾਤਸ਼ਾਹ ਜੀ ਦੀ ਸੇਵਾ ਕਰ ਰਹੇ ਸੀ ਸੰਤ ਸਿੰਘ ਜੀ। ਸੇਵਾ ਕਰਦਿਆਂ ਕਰਦਿਆਂ, ਸੇਵਾ ਤੋਂ ਭਾਵ ਉਹ ਗੁਰੂ ਸਾਹਿਬ ਨੂੰ ਘੁੱਟ ਰਹੇ ਸਨ, ਜਿਵੇਂ ਲਿਖਿਆ ਮੁੱਠੀ ਚਾਪੀ ਕਰਦੇ ਸਨ। ਉਹ ਗੁਰੂ ਸਾਹਿਬ ਨੂੰ ਘੁੱਟ ਰਹੇ ਸਨ। ਘੁੱਟਦਿਆਂ ਘੁੱਟਦਿਆਂ ਮਨ ਦੇ ਵਿੱਚ ਹੰਕਾਰ ਆ ਗਿਆ, ਮੈਂ ਜਿੰਨੀ ਸੇਵਾ ਕਰਦਾ ਗੁਰੂ ਸਾਹਿਬ ਦੀ, ਇੰਨੀ ਤਾਂ ਕੋਈ ਵੀ ਨਹੀਂ ਕਰਦਾ ਪਿਆ ਸੇਵਾ, ਮੈਂ ਇਕੱਲਾ ਹੀ ਘੁੱਟ ਰਿਹਾ ਗੁਰੂ ਸਾਹਿਬ ਨੂੰ। ਜਦੋਂ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ, ਉਸ ਤੋਂ ਬਾਅਦ ਭਜਨ, ਬਾਣੀ, ਸੇਵਾ, ਉਹ ਸਭ ਨਿਸਫਲ ਹੋ ਜਾਂਦਾ ਹੈ। ਪਰ ਇਹ ਸਤਿਗੁਰ ਦੀ ਦਿਆਲਤਾ ਹੈ ਕਿ ਉਹ ਫਿਰ ਆਪਣੇ ਸਿੱਖਾਂ ਨੂੰ ਉਸ ਹੰਕਾਰ ਵਿੱਚੋਂ ਬਾਹਰ ਕੱਢਦੇ ਨੇ, ਉੱਤੇ ਕਿਰਪਾ ਦ੍ਰਿਸ਼ਟੀ ਕਰਦੇ ਨੇ। ਗੁਰੂ ਸਾਹਿਬ ਨੇ ਇੱਕ ਐਸਾ ਸਾਂਗ ਵਰਤਾਇਆ, ਭਾਈ ਸੰਤ ਸਿੰਘ ਨੂੰ ਦਿਖਾ ਰਹੇ ਨੇ
ਵੀ ਭਾਈ ਸੰਤ ਸਿੰਘ ਤੂੰ ਮਨ ਵਿੱਚ ਇਹ ਨਾ ਸੋਚ ਕਿ ਗੁਰੂ ਸਾਹਿਬ ਦੀ ਮੈਂ ਇਕੱਲਾ ਹੀ ਸੇਵਾ ਕਰਦਾ, ਹੋਰ ਕੋਈ ਸੇਵਾ ਹੀ ਨਹੀਂ ਕਰਦਾ। ਭਾਈ ਸਾਹਿਬ ਨੂੰ ਅਦ੍ਰਿਸ਼ ਚੀਜ਼ਾਂ ਦਿਸਣ ਲੱਗ ਗਈਆਂ, ਅਦ੍ਰਿਸ਼ ਜੀਵ ਦਿਸਣ ਲੱਗ ਗਏ। ਭਾਵ ਉਹ ਦੇਖਦਾ ਕੀ ਹੈ ਕਿ ਗੁਰੂ ਸਾਹਿਬ ਆਰਾਮ ਕਰ ਰਹੇ ਨੇ, ਜਿਸ ਤਰ੍ਹਾਂ ਭਾਈ ਸੰਤ ਸਿੰਘ ਜੀ ਘੁੱਟ ਰਹੇ ਨੇ, ਇਸ ਤਰ੍ਹਾਂ ਦਿਖਦਾ ਕਿ ਗੁਰੂ ਸਾਹਿਬ ਦੇ ਸਰੀਰ ਨੂੰ ਆਣ ਕੇ ਅਨੇਕਾਂ ਹੀ ਦੇਵੇ ਦੇਵਤੇ, ਜਿਹੜੇ ਦੇਵੀ ਦੇਵਤੇ ਨੇ, ਉਹ ਆਣ ਕੇ ਘੁੱਟ ਰਹੇ ਨੇ। ਉਹਨੇ ਪੁੱਛਿਆ ਤੁਸੀਂ ਕੌਣ ਹੋ? ਭਾਈ ਸੰਤ ਸਿੰਘ ਨੇ, ਉਹ ਕਹਿੰਦੇ ਅਸੀਂ ਦੇਵਤੇ ਹੁੰਦੇ ਹਾਂ। ਅਸੀਂ ਗੁਰੂ ਬਾਲਕ ਸਿੰਘ ਜੀ ਬਿਰਾਜਮਾਨ ਨੇ 5 ਸਰੀਰ 7 ਸਰੀਰ ਲਗਾਤਾਰ ਇੱਕ ਸਰੀਰ ਨੂੰ ਘੁੱਟ ਸਕਦੇ ਨੇ। ਉਸ ਤੋਂ ਬਾਅਦ ਪਿਛਲੇ ਬੰਨੇ ਲਾਈਨ ਲੱਗੀ ਹੋਈ ਹੈ, ਥੋੜ੍ਹਾ ਥੋੜ੍ਹਾ ਚਿਰ ਲਈ ਸਾਰੇ ਘੁੱਟ ਕੇ ਤੇ ਗਾਂਹ ਜਾਈ ਜਾਂਦੇ ਨੇ। ਜਿਹੜੇ ਪਿੱਛੇ ਲਾਈਨ ਕਤਾਰ ਵਿੱਚ ਲੱਗੇ ਨੇ ਉਹ ਇਹੀ ਲੋਚਦੇ ਨੇ ਕਿ ਤੁਸੀਂ ਛੇਤੀ ਹਟ ਜਾਵੋ, ਮੇਰੀ ਕਦੋਂ ਵਾਰੀ ਆ ਜਾਵੇ। ਜਦੋਂ ਇਸ ਤਰ੍ਹਾਂ ਦਾ ਦ੍ਰਿਸ਼ਟਾਂਤ ਸੰਤ ਸਿੰਘ ਨੂੰ ਦਿਖਾਇਆ ਤੇ ਉਹ ਮਾफ़ੀ ਮੰਗਦਾ ਹੈ ਤੇ ਸੱਚਪਾ ਦੇ ਚਰਨਾਂ 'ਤੇ ਸਿਰ ਰੱਖਦਾ ਕਿ ਮੈਂ ਭੁੱਲ ਗਿਆ, ਮੈਨੂੰ ਬਖਸ਼ੋ। ਇਹੀ ਇੱਕ ਸਤਿਗੁਰ ਦਾ ਬਿਰਦ ਹੈ ਕਿ ਉਹ ਸਿੱਖਾਂ ਤੋਂ ਜਦੋਂ ਇਸ ਤਰ੍ਹਾਂ ਦੀਆਂ ਊਣਤਾਈਆਂ ਹੁੰਦੀਆਂ ਨੇ, ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਜਿਹੜਾ ਘੁਮਿਆਰ ਆ, ਜਦੋਂ ਉਹ ਘੜਾ ਬਣਾਉਂਦਾ ਹੁੰਦਾ ਹੈ, ਘੜਾ ਬਣਾਉਂਦਿਆਂ ਜਦੋਂ ਉਹ ਦੋਵੇਂ ਹੱਥ ਰੱਖ ਕੇ ਘੜਾ ਬਣਾਉਂਦਾ ਹੈ ਤੇ ਵਿੱਚ ਟੋਆ ਪੈ ਜਾਂਦਾ। ਕਈ ਵਾਰ ਜਦੋਂ ਬੈਂਡ ਪੈ ਜਾਂਦਾ ਹੈ, ਉਸ ਬੈਂਡ ਨੂੰ ਕਿਵੇਂ ਕੱਢਿਆ ਜਾਏਗਾ? ਉਹਦੇ ਅੰਦਰਲੇ ਬੰਨੇ ਹੱਥ ਪਾ ਕੇ ਅੰਦਰੋਂ ਬਾਹਰ ਨੂੰ ਪੁਸ਼ ਕਰਨਾ ਅਤੇ ਬਾਹਰੋਂ ਪੋਲੀਆਂ ਚਪੇੜਾਂ ਲਾਉਣੀਆਂ ਨੇ ਜਿਹਦੇ ਉੱਤੇ। ਉਹ ਇਸ ਤਰ੍ਹਾਂ ਠੀਕ ਹੁੰਦਾ ਹੈ। ਸੱਚ ਪਾਤਸ਼ਾਹ ਜੀ ਹੁਕਮ ਕਰਦੇ ਨੇ ਇਸੇ ਤਰ੍ਹਾਂ ਹੀ ਜਿਹੜਾ ਜੀਵ ਹੈ, ਜਦੋਂ ਉਹ ਭੁੱਲ ਜਾਂਦਾ ਹੈ, ਉਹਨੂੰ ਹੰਕਾਰ ਆ ਜਾਂਦਾ ਹੈ, ਜਦੋਂ ਸਤਿਗੁਰ ਦੇਖਦਾ ਕਿ ਮੇਰਾ ਇੰਨਾ ਪਿਆਰਾ ਸਿੱਖ ਹੈ ਉਹ ਅਡੋਲ ਚੱਲਿਆ, ਤੇ ਉਹਨੂੰ ਡੋਲਣ ਤੋਂ ਰੱਖਣ ਲਈ ਫਿਰ ਪਾਤਸ਼ਾਹ ਜੀ ਉਹਦੇ ਅੰਦਰ ਹੱਥ ਰੱਖਦੇ ਨੇ ਅਤੇ ਬਾਹਰੋਂ ਪੋਲੀਆਂ ਚਪੇੜਾਂ ਵੀ ਲਾਉਂਦੇ ਨੇ। ਕਈ ਵਾਰ ਇਤਿਹਾਸ ਵਿੱਚ ਕਿੰਨੀਆਂ ਸਾਖੀਆਂ ਆਉਂਦੀਆਂ ਨੇ, ਕਿੰਨੇ ਵੱਡੇ ਹਾਦਸੇ ਹੋਏ ਸਿੱਖਾਂ ਦੇ ਨਾਲ। ਆਪਾਂ ਤਾਂ ਉਸ ਤੋਂ 10% ਕਿ 2% 'ਚ ਹੀ ਆਣ ਕੇ ਡੋਲ ਜਾਂਦੇ ਹਾਂ, ਪਰ ਉਹ ਸਿੱਖਾਂ ਨੇ ਆਪਣਾ ਦ੍ਰਿੜ ਵਿਸ਼ਵਾਸ ਰੱਖਿਆ ਸਿਰਫ ਉਸੇ ਕਰਕੇ ਕਿ ਅੰਦਰ ਸਤਿਗੁਰ ਨੇ ਹੱਥ ਰੱਖਿਆ ਸੀ। ਇਹੀ ਅਰਦਾਸ ਕਰਨੀ ਚਾਹੀਦੀ ਹੈ ਵੀ ਪਹਿਲੀ ਗੱਲ ਤਾਂ ਇਮਤਿਹਾਨ ਪਾਈ ਨਾ, ਜੇ ਪਾਉਣਾ ਹੈ ਤਾਂ ਆਪ ਹੀ ਬਖਸ਼ਿਸ਼ ਕਰਕੇ ਅਤੇ ਸਾਨੂੰ ਉਹ 'ਚੋਂ ਪਾਰ ਕਰਾ ਲਈ। ਹੁਣ ਤੁਸੀਂ ਦੇਖਦੇ ਹੋ ਸਕੂਲਾਂ ਵਿੱਚ ਬੱਚਿਆਂ ਦੇ ਇਮਤਿਹਾਨ ਹੁੰਦੇ ਨੇ, ਉਹ ਪੜ੍ਹਾਈ ਪੜ੍ਹਦੇ ਹੁੰਦੇ ਨੇ, ਉਸ ਪੜ੍ਹਾਈ 'ਤੇ ਉਹ ਕਿੰਨੇ ਚਿਰ ਪੜ੍ਹਦੇ ਹੁੰਦੇ ਨੇ, ਕਿੰਨੇ ਮਹੀਨੇ ਹੋਏ ਹੁੰਦੇ ਨੇ ਉਹਨਾਂ ਨੂੰ ਉਹ ਲੈਸਨਸ ਯਾਦ ਕਰਦਿਆਂ ਨੂੰ, ਕੁਐਸਚਨਸ ਯਾਦ ਕਰਦਿਆਂ ਨੂੰ, ਕੁਐਸਚਨ ਆਨਸਰ ਟੀਚਰ ਤੋਂ ਸਮਝਦੇ ਵੀ ਨੇ ਬਾਰ-ਬਾਰ, ਪਰ ਫਿਰ ਵੀ ਕਈ ਬੱਚੇ ਫੇਲ ਹੋ ਜਾਂਦੇ ਨੇ, ਫਿਰ ਵੀ ਨੰਬਰ ਪੂਰੇ ਨਹੀਂ ਆਉਂਦੇ ਕਈ ਵਾਰ। ਇਸੇ ਕਰਕੇ ਜਿਹੜੀ ਇਹ ਸਤਿਗੁਰ ਦੀ ਮਰਜ਼ਾਦਾ ਹੈ, ਇਹ ਸੱਚ ਪਾਤਸ਼ਾਹ ਜੀ ਦੀ ਜਿਹੜੀ ਇਮਤਿਹਾਨ ਦਾ ਪਰਚਾ ਹੈ, ਉਹ ਤਾਂ ਸੇਮ ਪਰਚਾ ਵੀ ਨਹੀਂ ਆਉਣਾ ਹੁੰਦਾ ਜਿਹੜਾ ਇੱਕ ਵਾਰੀ ਇਤਿਹਾਸ ਵਿੱਚ ਆ ਜਾਵੇ। ਇਸ ਕਰਕੇ ਇਹਦਾ ਪਤਾ ਹੀ ਨਹੀਂ। ਸੱਚ ਪਾਤਸ਼ਾਹ ਜੀ ਉਹਨੂੰ ਕਰਦੇ ਸੀ ਸਤਿਗੁਰੂ ਜਗਜੀਤ ਸਿੰਘ ਜੀ, ਮੈਂ ਇੱਥੇ ਸਿਰ ਮੰਗਾ ਨਾ ਅਤੇ ਸਾਰੀ ਸੰਗਤ ਖੜੀ ਹੋ ਜਾਏ, ਸਾਰੀ ਸੰਗਤ ਸਿਰ ਲੈ ਕੇ ਅੱਗੇ ਆ ਜਾਏਗੀ, ਅਸੀਂ ਸਿਰ ਦੇਣ ਨੂੰ ਤਿਆਰ ਹਾਂ। ਕਿਉਂਕਿ ਤੁਸੀਂ ਸਾਖੀ ਸੁਣੀ, ਉਹ 5 ਪਿਆਰੇ ਬਣ ਗਏ ਸੀ। ਭਾਵੇਂ ਤੁਸੀਂ ਸਿੱਖਾਂ ਨੂੰ ਨਾ ਵੀ ਜਿੰਦਾ ਕਰੋ, ਉਹ ਤਾਂ ਵੀ ਬੜੀ ਖੁਸ਼ੀ ਨਾਲ ਸਿਰ ਦੇ ਦੇਣਗੇ ਅੱਜ ਦੀ ਡੇਟ 'ਚ। ਸੱਚ ਭਗਤ, ਪਰ ਮੈਨੂੰ ਸਿਰ ਨਹੀਂ ਚਾਹੀਦਾ, ਮੈਨੂੰ ਤੁਹਾਡਾ ਮਨ ਚਾਹੀਦਾ। ਮਨ ਤੋਂ ਭਾਵ ਇਹੀ ਹੈ ਕਿ ਅਸੀਂ ਆਪਣੇ ਮਨ ਦੇ ਮਗਰ ਲੱਗ ਕੇ ਹੁਕਮ ਅਦੂਲੀ ਨਾ ਕਰੀਏ, ਹੁਕਮਾਂ ਤੋਂ ਇੱਧਰ ਉੱਧਰ ਨਾ ਜਾਈਏ, ਸੱਚ ਪਾਤਸ਼ਾਹ ਦਾ ਹੁਕਮ ਮੰਨੀਏ, ਆਪਣੇ ਮਨ ਨੂੰ ਤਿਆਗ ਦਈਏ। ਇਹ ਸਿਰ ਦੇਣ ਨਾਲੋਂ ਵੀ ਔਖਾ। ਸਿਰ 'ਤੇ ਇੱਕ ਵਾਰ ਦਿੱਤਾ, ਕੱਟਿਆ ਗਿਆ, ਕੰਮ ਨਿਬੜ ਗਿਆ। ਮਨ ਦੇਣਾ ਸਵੇਰੇ ਸ਼ਾਮ ਦੁਪਹਿਰੇ ਰਾਤ, ਸੌਂਦਿਆਂ ਉੱਠਦਿਆਂ ਹਰ ਸਮੇਂ ਮਨ ਸਤਿਗੁਰੂ ਨੂੰ ਦਿੱਤਾ ਹੋਣਾ। ਇਸ ਤਰ੍ਹਾਂ ਮਨ ਦੇਣਾ ਉਸ ਤੋਂ ਵੀ ਕਠਿਨ ਹੈ, ਪਰ ਸੱਚ ਪਾਤਸ਼ਾਹ ਜੀ ਕਿਰਪਾ ਰੱਖਣ। ਅਸੀਂ ਗੁਰਸਿੱਖ ਇਤਿਹਾਸ ਸੁਣਦੇ ਹਾਂ, ਸਾਖੀਆਂ ਸਰਵਣ ਕਰਦੇ ਹਾਂ, ਸਿੱਖਾਂ ਦੀਆਂ, ਸਾਧਾਂ ਦੀਆਂ, ਗੁਰੂ ਸਾਹਿਬ ਕਿਸ ਤਰ੍ਹਾਂ ਕਿਰਪਾ ਕਰਦੇ ਨੇ। ਇਹਨਾਂ ਸਾਰੀਆਂ ਦੇ ਵਿੱਚੋਂ ਇੱਕੋ ਹੀ ਗੱਲ ਲੈਣ ਦੀ ਜ਼ਰੂਰਤ ਹੈ ਕਿ ਜਦੋਂ ਵੀ ਕਿਤੇ ਸਾਡੇ 'ਤੇ ਕੋਈ ਔਕੜ ਦਾ ਸਮਾਂ ਆਵੇ, ਉਦੋਂ ਮਨ ਨੂੰ ਕਿਸੇ ਪਿਛਲੀ ਸਾਖੀ ਨੂੰ ਯਾਦ ਕਰਕੇ ਉਹਨੂੰ ਡੋਲਣ ਤੋਂ ਰੱਖਿਆ ਜਾਵੇ। ਜਦੋਂ ਅਸੀਂ ਇੱਕ ਕਦਮ ਇਸ ਪਾਸੇ ਨੂੰ ਤੁਰਾਂਗੇ, ਅਗਲੇ ਬੰਨੇ ਸਤਿਗੁਰ ਕਰੋੜਾਂ ਕਦਮ ਹੋ ਕੇ ਸਾਡੇ ਵੱਲ ਆਉਣਗੇ। ਮੈਂ ਅਰਜ਼ ਬੇਨਤੀ ਕਰਾਂ ਅੱਗੇ, ਇਸ ਤਰ੍ਹਾਂ ਗੁਰੂ ਸਾਹਿਬ ਸਿੱਖਾਂ ਦਾ ਆਧਾਰ ਕਰਦੇ ਨੇ। ਇੱਕ ਮਾਈ ਪਾਤਸ਼ਾਹ ਦੇ ਚਰਨਾਂ 'ਚ ਆਈ,
ਉਹ ਕਹਿੰਦੀ ਮੇਰੇ ਘਰ 'ਚ ਤੇ ਕੋਈ ਪੋਤਰਾ ਨਹੀਂ ਹੈ, ਕਿਰਪਾ ਕਰੋ ਮੈਨੂੰ ਪੋਤਰੇ ਦੀ ਦਾਤ ਬਖਸ਼ੋ। ਗੁਰੂ ਸਾਹਿਬ ਖੁਸ਼ੀ ਦੇ ਘਰ ਵਿੱਚ ਆਏ, ਹੁਕਮ ਕਰਦੇ ਨੇ ਕਿੰਨੇ ਪੋਤਰੇ ਚਾਹੀਦੇ ਨੇ? ਕਹਿੰਦੀ ਜੀ 5 ਪੋਤਰੇ ਚਾਹੀਦੇ ਨੇ। ਗੁਰੂ ਸਾਹਿਬ ਆਂਦੇ ਠੀਕ ਹੈ, ਤੇਰੇ ਘਰ 5 ਪੋਤਰੇ ਹੋ ਜਾਣਗੇ। ਉਹਦੇ ਘਰ 5 ਪੋਤਰੇ ਹੋਏ। ਸੰਗਤ ਨੇ ਸਵਾਲ ਕਰ ਦਿੱਤਾ, ਪਾਤਸ਼ਾਹ ਇਹ ਕਦੀ ਮਾਈ ਨੂੰ, ਇਸ ਔਰਤ ਨੂੰ ਕਦੀ ਅੱਗੇ ਵੇਖਿਆ ਨਹੀਂ ਅਸੀਂ। ਅੱਜ ਪਹਿਲੇ ਦਿਨ ਆਪ ਜੀ ਦੇ ਚਰਨਾਂ ਵਿੱਚ ਆਈ, ਪਹਿਲੇ ਦਿਨ ਹੀ ਚਰਨਾਂ ਵਿੱਚ ਆਈ ਅਤੇ ਪਹਿਲੇ ਦਿਨ ਹੀ ਪੋਤਰੇ ਲੈ ਗਈ। ਅਸੀਂ ਇੱਥੇ ਭਜਨ ਬੰਦਗੀ ਕਰਦੇ ਹਾਂ, ਸੇਵਾ ਕਰਦੇ ਹਾਂ, ਅਤੇ ਸਾਨੂੰ ਤਾਂ ਕਈ ਵਾਰ ਇੱਕ ਛੋਟੀ ਜਿਹੀ ਗੱਲ ਹੈ ਵੀ ਸਾਨੂੰ ਤਾਂ ਸੱਚ ਉਪਦੇਸ਼ਾਂ ਤੋਂ ਸਾਨੂੰ ਤਾਂ ਕਈ ਵਾਰ ਕੱਛ ਨਹੀਂ ਮਿਲਦੀ, ਇਸ ਗੱਲੋਂ ਨਾਰਾਜ਼ ਹੋ ਜੀਦਾ। ਅਤੇ ਇਹਨੂੰ ਅੱਜ ਹੀ ਆ ਕੇ ਤੇ 5 ਪੋਤਰੇ ਲੈ ਗਈ। ਗੁਰੂ ਸਾਹਿਬ ਹੁਕਮ ਕਰਦੇ ਨੇ, ਉਸ ਮਾਤਾ ਨੇ, ਉਹਨੇ ਸਾਫ਼ ਦਿਲੋਂ ਆਣ ਕੇ ਅਰਜ਼ ਕੀਤੀ ਸੀ, ਉਹਦੇ ਮਨ ਵਿੱਚ ਕੋਈ ਕਪਟ ਨਹੀਂ ਸੀ। ਜਦੋਂ ਨਿਰਮਲ ਹੋ ਕੇ ਅਰਜ਼ ਕਰੋਗੇ, ਉਹ ਉਸੇ ਵੇਲੇ ਹੀ ਪ੍ਰਵਾਨ ਹੋ ਜਾਏਗੀ। ਅਰਦਾਸ ਜਿਹੜੀ ਹੈ, ਅਰਦਾਸ ਦਾ ਪਾਠ ਨਹੀਂ ਕਰਨਾ, ਅਰਦਾਸ ਨੂੰ ਵੇਦਨਾ ਬਣਾ ਕੇ ਅਰਦਾਸ ਕਰਨੀ ਹੈ, ਅਤੇ ਉਹ ਉਸੇ ਵੇਲੇ ਕਬੂਲ ਹੋ ਜਾਏਗੀ। ਇਸ ਤਰ੍ਹਾਂ ਗੁਰੂ ਸਾਹਿਬ ਸਿੱਖਾਂ 'ਤੇ ਕਿਰਪਾ ਕਰਦੇ ਨੇ। ਇੱਕ ਸਿੱਖ ਆਇਆ, ਉਹ ਆਣ ਕੇ ਅਰਜ਼ ਕਰਦਾ, ਪਾਤਸ਼ਾਹ ਮੇਰੇ ਘਰ ਬਹੁਤ ਗਰੀਬੀ ਹੈ, ਮੇਰੀ ਗਰੀਬੀ ਕੱਟੋ। ਗੁਰੂ ਸਾਹਿਬ ਹੁਕਮ ਕਰਦੇ ਨੇ, ਹਮ ਧਨਵੰਤ ਭਾਖਟ ਸੱਚ ਨਾ ਹੈ। ਇਹ ਕਾਫੀ ਲੰਮਾ ਸ਼ਬਦ ਹੈ, 5ਵੇਂ ਪਾਤਸ਼ਾਹ ਦਾ ਗੌੜੀ ਰਾਗ ਵਿੱਚ। ਗੁਰੂ ਸਾਹਿਬ ਹੁਕਮ ਕਰਦੇ ਨੇ, ਇਹ ਸ਼ਬਦ ਦਾ ਪਾਠ ਕਰ ਦਰਿਆ ਦੇ ਕੰਢੇ ਬੈਠ ਕੇ, ਅਤੇ ਡਰਨਾ ਨਹੀਂ, ਜੋ ਮਰਜ਼ੀ ਹੋ ਜਾਵੇ, ਤੇਰੇ ਕੋਲ ਕੋਈ ਵੀ ਜੀਵ ਆ ਜਾਏ ਪਰ ਡਰੀ ਨਾ। ਕਹਿੰਦਾ ਸਤਿਬਚਨ ਜੀ, ਮੈਂ ਗੱਲ ਕਰਨ ਲੱਗਾ ਹੁਣ, ਜੇ ਸੱਚ ਪਾਤਸ਼ਾਹ ਜੀ ਕਿਰਪਾ ਰੱਖਣ ਤੇ ਡਰ ਨਹੀਂ ਲੱਗਦਾ। ਜਦੋਂ ਇਸ ਤਰ੍ਹਾਂ ਦਾ ਬਚਨ ਕੀਤਾ, ਉਹ ਦਰਿਆ ਦੇ ਕੰਢੇ ਬੈਠਾ, ਉਹਨੇ ਇਹ ਪਾਠ ਕਰਨਾ ਸ਼ੁਰੂ ਕਰਤਾ। ਇਸ ਸ਼ਬਦ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ, ਅਤੇ ਉਹ ਕੀ ਦੇਖਦਾ ਹੈ ਕਿ ਦਰਿਆ ਦੇ ਵਿੱਚੋਂ ਇੱਕ ਹਾਥੀ ਬਾਹਰ ਨਿਕਲਿਆ। ਹਾਥੀ ਬਾਹਰ ਨਿਕਲਿਆ ਅਤੇ ਬਹੁਤ ਤੇਜ਼ੀ ਨਾਲ ਉਹਦੇ ਵੱਲ ਨੂੰ ਭੱਜ ਕੇ ਆਇਆ। ਅਤੇ ਜਦੋਂ ਤੇਜ਼ੀ ਨਾਲ ਭੱਜ ਕੇ ਆਇਆ, ਤਾਂ ਸਿੱਖ ਡਰ ਕੇ ਉਦੋਂ ਵੀ ਤੇਜ਼ ਭੱਜ ਗਿਆ। ਉਹ ਖੜਾ ਹੀ ਨਾ। ਗੁਰੂ ਸਾਹਿਬ ਪ੍ਰਤੱਖ ਦਰਸ਼ਨ ਦੇ ਕੇ ਨਾ ਉਹਦੀ ਬਾਂਹ ਫੜ ਲਈ। ਗੁਰੂ ਸਾਹਿਬ ਹੁਕਮ ਕਰਦੇ, ਤੈਨੂੰ ਆਖਿਆ ਸੀ ਡਰਨਾ ਨਹੀਂ, ਤੈਨੂੰ ਕੋਈ ਨੁਕਸਾਨ ਨਹੀਂ ਦੇ ਸਕਦਾ, ਤੂੰ ਭੱਜਿਆ ਹੀ ਕਿਉਂ? ਉਹ ਕਹਿੰਦਾ ਜੀ ਮੈਂ ਤਾਂ ਹਾਥੀ ਵੇਖ ਕੇ ਡਰ ਗਿਆ, ਮੇਰੇ ਕੋਲ ਹਾਥੀ ਆ ਜਾਂਦਾ ਮਾਰ ਦਿੰਦਾ ਮੈਨੂੰ। ਗੁਰੂ ਸਾਹਿਬ ਹੁਕਮ ਕਰਦੇ, ਇਹੀ ਤਾਂ ਤੈਨੂੰ ਮੈਂ ਚੀਜ਼ ਆਖੀ ਸੀ, ਡਰਨਾ ਨਹੀਂ। ਤੂੰ ਹੁਣ ਡਰ ਗਿਆ, ਅਤੇ ਹੁਣ ਮੈਂ ਦੱਸ ਕੀ, ਤੇਰੀ ਤਾਂ ਗਰੀਬੀ ਹੁਣੇ ਕੱਟੀ ਜਾਣੀ ਸੀ, ਤੇਰੀਆਂ ਕੁਲਾਂ ਦੀ ਗਰੀਬੀ ਕੱਟੀ ਜਾਣੀ ਸੀ। ਉਹ ਕਹਿੰਦਾ ਜੀ ਪਾਤਸ਼ਾਹ ਫਿਰ ਗਲਤੀ ਹੋ ਗਈ, ਹੁਣ ਦੱਸੋ। ਉਹ ਮੈਂ ਅੱਗੇ ਗੱਲ ਕਰਦਾ ਸੀ ਵੀ ਹੱਥ ਅੰਦਰ ਹੋਏਗਾ ਸਤਿਗੁਰ ਦਾ। ਹੁਣ ਧਰੂ ਭਗਤ ਸੀ 5 ਸਾਲ ਦਾ, 5 ਸਾਲ ਦਾ ਬੱਚਾ ਆਪਣੇ ਘਰੋਂ ਬਾਹਰ ਦਿਨੇ ਨਹੀਂ ਜਾ ਸਕਦਾ ਜ਼ਿਆਦਾ ਦੂਰ ਤੱਕ, ਅਤੇ ਉਹ 5 ਸਾਲ ਦਾ ਬੱਚਾ ਦਿਨ ਰਾਤ ਬੈਠ ਕੇ ਖਲੋ ਕੇ ਬੰਦਗੀ ਕਰਦਾ ਪਿਆ ਜੰਗਲ ਵਿੱਚ। ਕਿੰਨੇ ਸ਼ੇਰਾਂ ਨੇ ਡਰਾਇਆ, ਕਿੰਨਾ ਕੁਝ ਹੋਇਆ। ਰਾਤ ਪਈ, ਭਾਵੇਂ ਸ਼ੇਰ ਨਾ ਵੀ ਆਵੇ, ਵੈਸੇ ਹੀ ਡਰ ਲੱਗਣ ਲੱਗ ਜਾਂਦਾ। ਉਹ ਤਾਂ ਸਿਆਣੇ ਬਿਆਣੇ ਨੂੰ ਡਰ ਲੱਗਣ ਲੱਗ ਜਾਂਦਾ। ਇਹੀ ਗੱਲ ਹੈ, ਜਦੋਂ ਸਤਿਗੁਰ ਅੰਦਰ ਹੱਥ ਰੱਖੇ ਨਾ, ਫਿਰ ਉਹ ਸਾਰਾ ਕੁਝ ਕਰਵਾ ਸਕਦਾ। ਇਹੀ ਕਹਿੰਦੇ ਨੇ, ਡੋਲਣ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹ ਤੁਹਾਡੀ ਕਿਰਪਾ ਨਾਲ ਹੀ ਅਸੀਂ ਬਚਣਾ ਆ, ਅਸੀਂ ਤਾਂ ਕਿਸੇ ਟਾਈਮ ਵੀ ਡੋਲ ਸਕਦੇ ਹਾਂ। ਫਿਰ ਕਹਿੰਦਾ ਜੀ ਹੁਣ ਮੇਰਾ ਕੀ ਬਣੇਗਾ? ਗੁਰੂ ਸਾਹਿਬ ਹੁਕਮ ਕਰਦੇ ਨੇ, ਕੋਈ ਗੱਲ ਨਹੀਂ, ਤੇਰਾ ਗੁਜ਼ਾਰਾ ਚੱਲਦਾ ਰਹੇਗਾ। ਉਸ ਤੋਂ ਬਾਅਦ ਉਹਦਾ ਗੁਜ਼ਾਰਾ ਹੀ ਚੱਲਦਾ ਰਿਹਾ, ਪਰ ਜਿਹੜੀ ਉਹ 'ਤੇ ਬਖਸ਼ਿਸ਼ ਹੋਣੀ ਸੀ ਨਾ, ਉਹ ਉਸ ਤਰ੍ਹਾਂ ਨਹੀਂ ਹੋਈ, ਕਿਉਂਕਿ ਹੁਕਮ ਨਾ ਮੰਨ ਸਕਿਆ। ਇੱਕ ਦਰਜੀ ਸਿੱਖ ਆ ਹਜ਼ਰੋਂ ਸਾਹਿਬ ਦਾ, ਉਹ ਆਣ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਜ਼ ਕਰਦਾ ਹੈ, ਕਹਿੰਦਾ ਪਾਤਸ਼ਾਹ ਮੈਂ ਇਹ ਨਗਰ ਛੱਡ ਕੇ ਚਲੇ ਜਾਣਾ, ਮੇਰਾ ਇੱਥੇ ਮਨ ਨਹੀਂ ਲੱਗਦਾ, ਮੇਰੇ ਕੋਲ ਤਾਂ ਕੋਈ ਗਾਹਕ ਹੀ ਨਹੀਂ ਆਉਂਦਾ, ਅਤੇ ਮੈਂ ਤਾਂ ਬਹੁਤ ਗਰੀਬ ਹੋ ਗਿਆ ਇੱਥੇ, ਅਤੇ ਹੁਣ ਮੈਂ ਇੱਥੇ ਨਹੀਂ ਰਹਿਣਾ, ਅਤੇ ਮੈਂ ਤਾਂ ਆਗਿਆ ਲੈਣ ਆਇਆ, ਕਿਰਪਾ ਕਰੋ ਅਤੇ ਮੈਨੂੰ ਆਗਿਆ ਦਿਓ ਮੈਂ ਜਾਵਾਂ। ਗੁਰੂ ਸਾਹਿਬ ਹੁਕਮ ਕਰਦੇ ਨੇ, ਤੂੰ ਐਵੇਂ ਕਰ, ਤੂੰ 5 ਦਿਨਾਂ ਬਾਅਦ ਆਈ ਮੇਰੇ ਕੋਲ ਵਾਪਸ। ਐਸੀ ਖੇਡ ਵਰਤਾਉਂਦੇ ਨੇ, 5 ਦਿਨਾਂ ਵਿੱਚ ਉਹਦੇ ਕੋਲ ਇੰਨਾ ਕੰਮ ਆ ਜਾਂਦਾ, ਇੰਨਾ ਕੰਮ ਆ ਜਾਂਦਾ ਕਿ ਉਹਦਾ ਤਾਂ ਇੱਕਦਮ ਬਹੁਤ ਬਿਜ਼ੀ ਹੋ ਜਾਂਦਾ। 5ਵੇਂ ਦਿਨ ਵਾਪਸ ਆਉਂਦਾ। ਗੁਰੂ ਸਾਹਿਬ ਹੁਕਮ ਕਰਦੇ ਨੇ, ਹੁਣ ਸੁਣਾ। ਕਹਿੰਦਾ ਜੀ ਆਪ ਜੀ ਦੀ ਬੜੀ ਬਖਸ਼ਿਸ਼ ਹੋਈ ਹੈ, ਇੰਨਾ ਕੰਮ ਆ ਗਿਆ, ਹੁਣ ਤਾਂ ਮੈਂ ਸੋਚਦਾ ਹੀ ਨਹੀਂ ਜਾਣ ਨੂੰ, ਮੈਂ ਇੱਥੇ ਹੀ ਰਵਾਂਗਾ। ਫਿਰ ਨਾਲ ਇੱਕ ਹੋਰ ਅਰਜ਼ ਕਰਦਾ ਹੈ, ਕਹਿੰਦਾ ਜੀ ਮੇਰੀ ਜਵਾਨ ਧੀ ਹੈ, ਵਿਆਹ ਉਹਦਾ ਹੋ ਗਿਆ, ਉਹ ਸਹੁਰੇ ਘਰ ਨਹੀਂ ਜਾਂਦੀ, ਅਤੇ ਮੈਨੂੰ ਡਰ ਲੱਗਦਾ ਕਿ ਕਲੰਕ ਨਾ ਲੱਗ ਜਾਵੇ, ਕਿਤੇ ਮੁਟਿਆਰ ਆ, ਜਵਾਨ ਆ, ਕੋਈ ਅਭੀ ਨਵੀ ਨਾ ਹੋ ਜਾਵੇ, ਕਿਰਪਾ ਕਰੋ। ਫਿਰ ਗੁਰੂ ਸਾਹਿਬ ਹੁਕਮ ਕਰਦੇ ਨੇ, ਤੂੰ 5 ਦਿਨਾਂ ਬਾਅਦ ਆਈ। ਉਹ ਘਰੇ ਜਾਂਦਾ। ਜਿਹੜੀ ਲੜਕੀ ਉਹ ਮੰਨਦੀ ਨਹੀਂ ਸੀ, ਉਹ
ਮੰਨਦੀ ਨਹੀਂ ਸੀ ਜਾਣ ਨੂੰ ਆਪਣੇ ਸਹੁਰੇ ਘਰ। ਹੁਣ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ, ਉਹ ਆਪਣੀ ਮਾਂ ਨੂੰ ਆਪ ਜਾ ਕੇ ਕਹਿੰਦੀ ਹੈ, ਕਹਿੰਦੀ ਮੰਮੀ, ਮਾਤਾ ਜੀ ਮੈਂ ਆਪਣੇ ਸਹੁਰੇ ਘਰ ਜਾਣਾ ਚਾਹੁੰਦੀ ਹਾਂ ਅਤੇ ਮੈਨੂੰ ਤੋਰ ਦਿਓ। ਚੌਥੇ ਦਿਨ ਆਪਣੀ ਕੁੜੀ ਨੂੰ ਤੋਰ ਕੇ 5ਵੇਂ ਦਿਨ ਵਾਪਸ ਆਉਂਦਾ ਫਿਰ ਸੱਚਪਾ ਕੋਲ। ਅਤੇ ਗੁਰੂ ਸਾਹਿਬ ਦੇ ਆਣ ਕੇ ਚਰਨਾਂ 'ਚ ਅਰਜ਼ ਕਰਦਾ, ਜੀ ਆਪ ਜੀ ਬੜੀ ਬਖਸ਼ਿਸ਼ ਕੀਤੀ ਹੈ, ਪਹਿਲਾਂ ਗਰੀਬੀ ਕੱਟ ਦਿੱਤੀ ਮੇਰੀ, ਹੁਣ ਮੇਰੀ ਲੜਕੀ ਵੀ ਮੰਨ ਗਈ ਹੈ, ਉਹ ਵੀ ਆਪਣੇ ਸਹੁਰੇ ਘਰ ਚਲੀ ਗਈ ਹੈ, ਅਤੇ ਕਿਰਪਾ ਕਰੋ ਹੁਣ ਮੈਨੂੰ ਨਾਮ ਦੀ ਦਾਤ ਬਖਸ਼ੋ। ਦੇਖ ਲਓ ਵੀ ਆਪਾਂ ਆਮ ਜੀਵ ਜਿਹੜਾ ਪਹਿਲਾਂ ਉਹ ਸਤਿਗੁਰ ਦੀ ਪ੍ਰੀਖਿਆ ਲੈ ਲੈਂਦਾ ਹੈ, ਅਤੇ ਸਤਿਗੁਰ ਨੇ ਤਾਂ ਪ੍ਰੀਖਿਆ ਦੇ ਹੀ ਦੇਣੀ ਹੈ। ਸਤਿਗੁਰ 'ਤੇ ਕਦੀ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਕਿ ਸਤਿਗੁਰਾਂ ਨੂੰ ਕਿ ਉਹ ਤੁਹਾਡੀ ਕੋਈ ਮਨੋਕਾਮਨਾ ਪੂਰੀ ਨਾ ਕਰ ਸਕਣ। ਪਰ ਜਦੋਂ ਸੱਚ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਈ, ਉਦੋਂ ਸਿੱਖ ਡੋਲ ਜਾਂਦੇ ਨੇ। ਉਸ ਤੋਂ ਬਾਅਦ ਉਹਨੂੰ ਨਾਮ ਦੀ ਦਾਤ ਬਖਸ਼ੀ, ਸੱਚ ਧਰਮ ਦਾ ਉਪਦੇਸ਼ ਦਿੱਤਾ, ਕਿਰਤ ਕਰਨ ਦਾ ਹੁਕਮ ਦਿੱਤਾ, ਉਹ ਸਿੱਖ ਬਣ ਗਿਆ। ਫਿਰ ਉਹ ਭਜਨ ਬਾਣੀ ਕਰਨ ਲੱਗ ਗਿਆ। ਇਸ ਤਰ੍ਹਾਂ ਸੱਚ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੰਗਤ ਆਉਂਦੀ ਏ, ਮਨ ਇੱਛੇ ਫਲ ਪਾਉਂਦੀ ਏ। ਇੱਕ ਦਿਨ ਗੁਰੂ ਸਾਹਿਬ ਦੇ ਮਨ ਵਿੱਚ ਆਇਆ ਕਿ ਅੱਜ ਮੈਂ ਗੁਰੂ ਸਾਹਿਬ ਹੱਟੀ ਕਰਿਆ ਕਰਦੇ ਸਨ, ਉਹਨਾਂ ਦੇ ਜਿਹੜੇ ਪਿਤਾ ਜੀ ਦੀ ਹੱਟੀ ਸੀ, ਫਿਰ ਉਹ ਆਪ ਬੈਠ ਜਾਂਦੇ ਸਨ ਉੱਤੇ। ਇੱਕ ਦਿਨ ਆਪਣੀ ਦੁਕਾਨ 'ਤੇ ਗਏ, ਦੁਕਾਨ 'ਤੇ ਬੈਠ ਕੇ ਅਤੇ ਗੁਰੂ ਸਾਹਿਬ ਨੇ ਹੁਕਮ ਕਰ ਦਿੱਤਾ ਕਿ ਆਓ ਭਾਈ, ਜਿਹਦਾ ਜਿੰਨਾ ਜੀਅ ਕਰਦਾ ਧਨ ਲੈ ਜਾਓ, ਪਦਾਰਥ ਲੈ ਜਾਓ ਜਿਹੜਾ ਦੁਕਾਨ 'ਚ ਪਿਆ, ਜੋ ਜੀਅ ਕਰਦਾ ਜਿੰਨਾ ਲੈ ਜਾਓ। ਹੁਣ ਜਿਹੜੇ ਲੋੜਵੰਦ ਸਨ, ਗਰੀਬ ਸਨ, ਮੰਗਤੇ ਸਨ, ਉਹਨਾਂ ਨੂੰ ਤਾਂ ਚਾਅ ਚੜ੍ਹ ਗਿਆ। ਉਹ ਆਣ ਕੇ ਕਹਿੰਦੇ ਜੀ ਮੈਨੂੰ ਇੰਨੀ ਆਹ ਚੀਜ਼ ਪਾ ਦਿਓ, ਆਹ ਪਾ ਦਿਓ। ਗੁਰੂ ਸਾਹਿਬ ਪਾਈ ਜਾਂਦੇ ਨੇ, ਦਈ ਜਾਂਦੇ ਨੇ, ਜਿੰਨਾ ਉਹ ਮੰਗਦੇ ਨੇ ਉਹਨਾਂ ਨਾਲ ਦਈ ਜਾਂਦੇ ਨੇ। ਹੁਣ ਇੱਕ ਨੂੰ ਪਤਾ ਲੱਗਿਆ, ਦੂਜੇ ਤੋਂ, ਦੂਜੇ ਤੋਂ, ਤਿੰਨ, ਸਾਰੇ ਪਿੰਡ ਵਿੱਚ ਇਹ ਗੱਲ ਫੈਲ ਗਈ ਕਿ ਗੁਰੂ ਬਾਲਕ ਸਿੰਘ ਜੀ ਜਿਹੜੇ ਨੇ ਉਹ ਤਾਂ ਅੱਜ ਇੰਨੇ ਦਿਆਲ ਹੋਏ ਨੇ, ਜੋ ਮੰਗ ਲਓ ਉਹੀ ਦੇਈ ਜਾਂਦੇ ਨੇ, ਜਿੰਨਾ ਮੰਗ ਲਓ ਓਨਾ ਹੀ ਦੇਈ ਜਾਂਦੇ ਨੇ। ਉੱਥੇ ਤਾਂ ਲਾਈਨਾਂ ਲੱਗ ਗਈਆਂ। ਗੁਰੂ ਸਾਹਿਬ ਦਾ ਵੱਡਾ ਭਰਾ ਸੀ ਮੰਨਾ ਸਿੰਘ। ਉਹ ਮੰਨਾ ਸਿੰਘ ਦੀ ਵੀ ਦੁਕਾਨ ਨਾਲ ਹੀ ਸੀਗੀ। ਤੁਹਾਨੂੰ ਦੱਸਿਆ ਸੀ ਨਾ, ਮੰਨਾ ਸਿੰਘ ਕਰਕੇ ਗੁਰੂ ਸਾਹਿਬ ਹਜ਼ਰਤ ਸਾਹਿਬ ਆਏ ਸੀਗੇ। ਮੰਨਾ ਸਿੰਘ ਦੀ ਦੁਕਾਨ ਨਾਲ ਸੀਗੀ। ਉਹਨੇ ਸੋਚਿਆ ਕਿ ਜੇ ਮੈਂ ਆਖਿਆ, ਵੱਡਾ ਭਰਾ ਸੀ ਭਾਵੇਂ, ਪਰ ਜੇ ਮੈਂ ਆਖਿਆ ਤਾਂ ਮੇਰੀ ਗੱਲ ਨਾ ਮੰਨਣ, ਇਹ ਤਾਂ ਸਾਰਾ ਘਰ ਲੁਟਾ ਦੇਣਗੇ ਹੁਣੀ। ਉਹਨੇ ਜਾ ਕੇ ਸਾਈਂ ਜਵਾਹਰ ਜੀ ਨੂੰ ਆਖਿਆ। ਸਾਈਂ ਜਵਾਹਰ ਜੀ ਬਹੁਤ ਗੁਰਸਿੱਖ ਸਨ। ਉਹਨਾਂ ਨੂੰ ਆਖਿਆ ਵੀ ਮੇਰੀ ਤਾਂ ਗੱਲ ਨਹੀਂ ਮੰਨਣਗੇ, ਤੁਸੀਂ ਚੱਲੋ ਮੇਰੇ ਨਾਲ ਅਤੇ ਆਪਾਂ ਜਾ ਕੇ ਰੋਕੀਏ ਵੀ ਇਸ ਤਰ੍ਹਾਂ ਨਾ ਕਰੋ, ਤੁਸੀਂ ਘਰ ਵਾਸਤੇ ਵੀ ਰੱਖ ਲਓ ਕੁਝ। ਸਾਈਂ ਜਵਾਹਰ ਜੀ ਮੰਨਾ ਸਿੰਘ ਨੂੰ ਮਨਾ ਤਾਂ ਨਾ ਕਰ ਸਕੇ, ਕੋਲ ਆ ਗਏ, ਖਲੋ ਗਏ। ਹਿੰਮਤ ਨਾ ਪਵੇ ਵੀ ਮੈਂ ਕਿਸ ਤਰ੍ਹਾਂ ਜਾ ਕੇ ਗੁਰੂ ਸਾਹਿਬ ਨੂੰ ਅਰਜ਼ ਕਰਾਂ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ। ਜਦੋਂ ਇਸ ਤਰ੍ਹਾਂ ਦੀ ਗੱਲ ਹੋਈ ਅਤੇ ਗੁਰੂ ਸਾਹਿਬ ਨੇ ਵੇਖਿਆ ਕਿ ਇਹ ਹੁਣ ਡਰਦੇ ਵੀ ਨੇ, ਝਿਜਕਦੇ ਨੇ, ਅਰਜ਼ ਵੀ ਨਹੀਂ ਕਰਦੇ ਪਏ, ਅਤੇ ਗੁਰੂ ਸਾਹਿਬ ਨੇ ਆਪ ਹੀ ਸੱਦ ਲਿਆ, ਆਓ ਸਾਈਂ ਜੀ ਕੀ ਚਾਹੀਦਾ? ਮੰਨਾ ਸਿੰਘ ਅਤੇ ਸਾਈਂ ਸਿੰਘ ਜੀ, ਸਾਈਂ ਦਾਸ ਜੀ ਕੀ ਚਾਹੀਦਾ ਤੁਹਾਨੂੰ? ਸਾਈਂ ਜੀ ਕਹਿੰਦੇ ਨੇ ਕਿ ਕਿਰਪਾ ਕਰੋ, ਮੈਨੂੰ ਵੀ ਖੈਰ ਪਾਓ। ਗੁਰੂ ਸਾਹਿਬ ਹੁਕਮ ਕਰਦੇ ਨੇ, ਦੱਸੋ ਕੀ ਚਾਹੀਦਾ? ਉਹ ਕਹਿੰਦੇ ਜੀ ਆਹ ਸਾਰੀ ਦੁਕਾਨ ਚਾਹੀਦੀ ਹੈ, ਜਿੰਨਾ ਪਦਾਰਥ ਪਿਆ ਸਾਰਾ ਹੀ ਚਾਹੀਦਾ ਮੈਨੂੰ। ਅਤੇ ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਠੀਕ ਹੈ। ਮੰਨਾ ਸਿੰਘ ਅਤੇ ਸਾਈਂ ਜੀ ਨੂੰ ਸਾਰਾ ਸਮਾਨ ਦੇ ਕੇ ਆਪ ਦੁਕਾਨ 'ਚੋਂ ਬਾਹਰ ਚਲੇ ਗਏ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਤਾਂ ਰੋਕਣ ਵਾਸਤੇ ਆਏ ਨੇ, ਰੋਕਣ ਵਾਸਤੇ ਆਖ ਨਹੀਂ ਸਕਦੇ। ਇਸ ਤਰ੍ਹਾਂ ਸਿਆਣੇ ਪੁਰਸ਼ ਜਿਹੜੇ ਹੁੰਦੇ ਨੇ ਉਹ ਇਸ ਤਰ੍ਹਾਂ ਵੀ ਅਰਜ਼ ਕਰ ਲੈਂਦੇ ਨੇ। ਉਹਨਾਂ ਨੇ ਫਿਰ ਅਰਜ਼ ਕੀਤੀ ਕਿ ਕਿਰਪਾ ਕਰੋ ਸਾਰੀ ਦੁਕਾਨ ਹੀ ਮੈਨੂੰ ਹੁਣ ਦੇ ਦਿਓ। ਕਿਉਂਕਿ ਜਦੋਂ ਗੁਰੂ ਸਾਹਿਬ ਇਸ ਤਰ੍ਹਾਂ ਆਪਣੇ ਰੋਹ ਵਿੱਚ ਆਉਂਦੇ ਸਨ, ਜਦੋਂ ਉਹਨਾਂ ਦਾ ਮਨ ਕਰਦਾ ਸੀ, ਕਿਉਂਕਿ ਗੁਰੂ ਨਾਨਕ ਦੇਵ ਜੀ ਬਾਰੇ ਵੀ ਸੁਣਦੇ ਆ ਨਾ, ਜਦੋਂ ਮੋਦੀਖਾਨਾ ਕੀਤਾ 13 ਕਰਕੇ ਤੋਲੀ ਜਾਣਾ, ਅਤੇ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਦਾ ਮੈਂ ਕੱਲ੍ਹ ਪ੍ਰਸੰਗ ਸੁਣਾਇਆ ਸੀ। ਉਹਨਾਂ ਨੇ ਹਜ਼ਰਤ ਸਾਹਿਬ ਦੇ ਮੋਦੀਖਾਨੇ 'ਚ ਨੌਕਰੀ ਕੀਤੀ ਜਦੋਂ, ਅਤੇ ਉਹ ਵੀ ਸਾਰਿਆਂ ਨੂੰ ਇੱਕੋ ਜਿਹਾ ਹੀ ਪਾਈ ਜਾਂਦੇ ਸਨ, ਕਿਸੇ ਨੂੰ ਵੱਧ ਨਹੀਂ ਘੱਟ ਨਹੀਂ, ਇੱਕੋ ਜਿਹਾ ਹੀ ਤੋਲੀ ਜਾਂਦੇ ਸਨ। ਬਾਅਦ 'ਚ ਹਿਸਾਬ ਕੀਤਾ ਅਤੇ ਫਿਰ ਗੁਰੂ ਸਾਹਿਬ ਵੱਲੋਂ ਪੈਸੇ ਨਿਕਲੇ ਉਹਨਾਂ ਦੇ। ਇਸ ਤਰ੍ਹਾਂ ਦੀ ਬਖਸ਼ਿਸ਼ ਕਰਦੇ ਨੇ। ਇੱਕ ਦਿਨ ਸੰਗਤ ਕੋਲ ਬੈਠੀ ਗੁਰੂ ਸਾਹਿਬ ਦੇ, ਸਾਈਂ ਜੀ ਨੇ ਅਰਜ਼ ਕੀਤੀ। ਉਹ ਅਰਜ਼ ਕਰਦੇ ਨੇ, ਪਾਤਸ਼ਾਹ ਤੁਹਾਡੇ ਵਰਗਾ ਵੀ ਕੋਈ ਹੈਗਾ ਇਸ ਸੰਸਾਰ 'ਤੇ ਹੋਰ? ਅਤੇ ਗੁਰੂ ਸਾਹਿਬ ਨੇ ਹੁਕਮ ਕੀਤਾ ਭਾਈ ਧਨੀ ਰਾਮ ਨੂੰ। ਹੁਕਮ ਕਰਦੇ ਨੇ, ਭਾਈ ਧਨੀ ਰਾਮ ਜੀ, ਇਹ ਤੁਸੀਂ ਦੱਸੋ ਕਿ ਮੇਰੇ ਵਰਗਾ ਇਸ ਸੰਸਾਰ 'ਤੇ ਕੋਈ ਹੈਗਾ ਕਿ ਨਹੀਂ ਹੈਗਾ ਹੋਰ? ਉਹ ਆਂਦੇ, ਪਾਤਸ਼ਾਹ ਮੈਂ ਕਿਵੇਂ ਦੱਸ ਸਕਦਾ, ਸਾਡੇ ਵਾਸਤੇ ਤਾਂ ਤੁਹਾਡੇ ਤੋਂ ਉੱਤੇ ਤਾਂ ਕੋਈ ਵੀ ਨਹੀਂ। ਗੁਰੂ ਸਾਹਿਬ ਹੁਕਮ ਕਰਦੇ ਨੇ, ਨਹੀਂ ਤੁਸੀਂ ਹੁਣੀ ਦੱਸੋ। ਉਹਨਾਂ ਦੇ ਬੜੀ ਬਖਸ਼ਿਸ਼ ਸੀ ਧਨੀ ਰਾਮ ਜੀ 'ਤੇ।
ਧਨੀ ਰਾਮ ਜੀ ਨੂੰ ਜਦੋਂ ਇਸ ਤਰ੍ਹਾਂ ਦਾ ਹੁਕਮ ਹੋਇਆ, ਉਸੇ ਵੇਲੇ ਅੱਖਾਂ ਮੀਟ ਕੇ ਬਿਰਤੀ ਲਾ ਕੇ ਬੈਠ ਗਏ। ਬਿਰਤੀ ਲਾ ਕੇ ਬੈਠੇ, ਉਹਨਾਂ ਨੂੰ ਦਰਸ਼ਨ ਹੋਇਆ ਤੇ ਅੱਖਾਂ ਖੋਲ੍ਹ ਕੇ ਤੇ ਗੁਰੂ ਸਾਹਿਬ ਹੁਕਮ ਕਰਦੇ ਨੇ, ਦੱਸੋ ਫਿਰ ਕਿਹਦਾ ਦਰਸ਼ਨ ਹੋਇਆ? ਉਹ ਕਹਿੰਦੇ ਜੀ, ਭੈਣੀ ਪਿੰਡ ਦੇ ਕੋਲ ਰਾਮ ਸਿੰਘ ਪ੍ਰਗਟ ਹੋਏ ਨੇ। ਉਹਨਾਂ ਦਾ ਤੇਜ ਨਹੀਂ ਚੱਲਿਆ ਜਾਂਦਾ, ਉਹ ਇੱਕ ਹੋਏ ਨੇ, ਉਹਨਾਂ ਦਾ ਬਹੁਤ ਪ੍ਰਤਾਪ ਹੈ। ਸੱਚ ਪਾਤਸ਼ਾਹ ਜੀ ਹੁਕਮ ਕਰਦੇ ਨੇ, ਅਸੀਂ ਬਸ ਉਹੀ ਠਾਕਰ ਜੀ ਨੇ, ਅਸੀਂ ਉਹਨਾਂ ਦਾ ਇੰਤਜ਼ਾਰ ਕਰਦੇ ਹਾਂ, ਉਹਨਾਂ ਦੀ ਉਡੀਕ ਵਿੱਚ ਹੀ ਇੱਥੇ ਬੈਠੇ ਹੋਏ ਹਾਂ। ਜਦੋਂ ਆਉਣਗੇ ਇਹ ਸਾਰਾ ਕੁਝ ਠਾਕਰਾਂ ਨੂੰ ਸੌਂਪ ਦੇਣਾ। ਇਸ ਤਰ੍ਹਾਂ ਅਨੇਕਾਂ ਸੱਚ ਪਾਤਸ਼ਾਹ ਜੀ ਸੰਗਤ ਨੂੰ ਕਈ ਵਾਰ ਬਚਨ ਕਰਦੇ ਰਹਿੰਦੇ ਹੁੰਦੇ ਸਨ ਵੀ ਅਸੀਂ ਠਾਕਰਾਂ ਦੀ ਉਡੀਕ ਵਿੱਚ ਬੈਠੇ ਹਾਂ, ਅਸੀਂ ਤਾਂ ਸਿਰਫ ਇਮਾਨਤ ਲਈ ਉਹਨਾਂ ਦੀ, ਉਹ ਜਦੋਂ ਆਉਣਗੇ ਅਸੀਂ ਉਹਨਾਂ ਦੀ ਇਮਾਨਤ ਉਹਨਾਂ ਨੂੰ ਵਾਪਸ ਸੌਂਪ ਦੇਵਾਂਗੇ। ਗੁਮਾਨੀ ਰਾਮ ਪੰਡਤ ਸੀ ਹਜ਼ਰੋਂ ਸਾਹਿਬ ਵਿੱਚ, 40-50 ਚੇਲੇ ਸਨ ਉਹਦੇ। ਇਹ ਸਾਰੇ ਪੰਡਤ ਰਲ ਕੇ ਪੂਜਾ ਕਰਿਆ ਕਰਦੇ ਸਨ। ਜਦੋਂ ਇਹ ਪੂਜਾ ਕਰਦੇ ਸਨ, ਇੱਕ ਦਿਨ ਕੀ ਹੋਇਆ ਕਿ ਜਿਹੜਾ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦਾ ਹੈ ਉਹ ਪੂਜਾ ਕਰਨੀ ਛੱਡ ਜਾਂਦਾ, ਕਿਉਂਕਿ ਜਿਹੜੇ ਧਨੀ ਰਾਮ ਜੀ ਸਨ ਉਹ ਵੀ ਪਹਿਲਾਂ ਪੂਜਾ ਕਰਿਆ ਕਰਦੇ ਸਨ। ਪੂਜਾ ਕਰਦਿਆਂ ਨੂੰ ਇੱਕ ਦਿਨ ਸੱਚ ਪਾਤਸ਼ਾਹ ਜੀ, ਮੈਂ ਕੱਲ੍ਹ ਦੱਸਿਆ ਜਿਵੇਂ ਦਰਸ਼ਨ ਦਿੱਤੇ, ਫਿਰ ਉਹ ਆਏ, ਫਿਰ ਉਹ ਪੂਜਾ ਕਰਨੀ ਉਹਨਾਂ ਨੇ ਬੰਦ ਕਰ ਦਿੱਤੀ ਸੀ। ਇਸ ਤਰ੍ਹਾਂ ਜਿਹੜੇ ਹਿੰਦੂ ਸਨ ਕਈ ਸੱਚਪਾਣੇ ਆਪਣੇ ਚਰਨਾਂ ਵਿੱਚ ਲਾਏ। ਗੁਮਾਨੀ ਰਾਮ ਤੇ ਕਾਫੀ ਵੱਡਾ ਇੱਕ ਇਹਨਾਂ ਦਾ ਟੋਲਾ ਕਹਿ ਸਕਦੇ ਹਾਂ, ਇਹਨਾਂ ਦੇ ਸਾਥੀ ਸਨ, ਕੋਈ 40-50 ਸਾਥੀ ਸਨ। ਇਹ ਠਾਕੁਰ ਪੂਜਾ ਕਰਦੇ ਸਨ। ਉਹ ਇੱਕ ਦਿਨ ਜਦੋਂ ਇਹ ਪੂਜਾ ਇਹਨਾਂ ਦੀ ਖਤਮ ਹੋਈ, ਆਪਸ 'ਚ ਬੈਠ ਕੇ ਵਿਚਾਰ ਕਰਨ ਲੱਗੇ ਅਤੇ ਇੱਕ ਉਹਨਾਂ ਦਾ ਭਾਈ ਵਿੱਚੋਂ ਆਖਦਾ ਪੰਡਤ, ਕਹਿੰਦਾ ਗੁਮਾਨੀ ਰਾਮ ਜੀ, ਆਹ ਬਾਲਕ ਸਿੰਘ ਨੇ ਦੁਕਾਨ ਬੜੀ ਚੱਲ ਗਈ ਹੈ, ਜਿੰਨੇ ਪਿੰਡ ਦੇ ਲੋਕ ਨੇ ਸਾਰੇ ਹੀ ਲਈ ਜਾਂਦਾ ਨਾਲ ਆਪਣੇ, ਉਹ ਇੱਥੇ ਤਾਂ ਛੱਡਿਆ ਹੀ ਕੋਈ ਨਹੀਂ ਉਹਨੇ, ਸਾਰੇ ਹੀ ਆਪਣੇ ਵੱਲ ਲਈ ਜਾਂਦਾ ਹੈ। ਗੁਮਾਨੀ ਰਾਮ ਕਹਿੰਦਾ ਹੈ ਕਿ ਜੇ ਉਹ ਇਸ ਤਰ੍ਹਾਂ ਲਈ ਗਿਆ ਤਾਂ ਆਪਣੇ ਤਾਂ ਪੰਡਤ ਹੀ ਖਤਮ ਹੋ ਜਾਣਗੇ। ਦੇਖ ਲਓ ਕੈਸੀ ਖੇਡ ਵਰਤੀ ਏ, ਅਰੋੜਾ ਹੋ ਕੇ ਗੁਰੂ ਹੋਇਆ ਫਿਰਦਾ। ਉਹ ਤਾਂ ਅਰੋੜਾ ਆ, ਅਰੋੜੇ ਵੀ ਕਦੀ ਗੁਰੂ ਹੋਏ ਨੇ ਹੈਂ? ਅਸੀਂ ਪੰਡਤ ਹਾਂ, ਅਸੀਂ ਇਸ ਤਰ੍ਹਾਂ, ਚਲੋ ਬੜੇ ਗੁਮਾਨ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰੀ ਗਿਆ। ਉਹ ਇੱਕ ਕਹਿੰਦਾ ਕਿ ਉਹ ਜਿਹਦੇ ਕੰਨ ਦੇ ਵਿੱਚ ਇੱਕ ਕਲਾਮ ਦੱਸਦੇ ਨੇ ਉਹ ਉਹਨਾਂ ਦਾ ਹੀ ਹੋ ਕੇ ਰਹਿ ਜਾਂਦਾ ਹੈ। ਗੁਮਾਨੀ ਰਾਮ ਨੇ ਆਪਣੇ ਪੰਡਤਾਂ ਨਾਲ ਸਲਾਹ ਕਰ ਲਈ ਵੀ ਆਪਾਂ ਪਤਾ ਕਰੀਏ ਉਹ ਕਲਾਮ ਦੱਸਦੇ ਕੀ ਨੇ ਕੰਨ ਦੇ ਵਿੱਚ। ਉਹ ਕਹਿੰਦੇ ਠੀਕ ਹੈ ਜੀ। ਵਿੱਚੋਂ 2 ਜਣੇ ਉੱਠੇ, ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਚੱਲਦੇ ਹਾਂ, ਅਸੀਂ ਜਾ ਕੇ ਤੁਹਾਨੂੰ ਪੁੱਛ ਕੇ ਦੱਸਾਂਗੇ ਕਿ ਉਹ ਕੀ ਕਲਾਮ ਦੱਸਦੇ ਨੇ। ਹੁਣ ਉਹ 2 ਜਣੇ ਆਉਂਦੇ ਨੇ, ਉਹ ਆਣ ਕੇ ਗੁਰੂ ਸਾਹਿਬ ਦਾ ਦਰਬਾਰ ਲੱਗਾ ਹੋਇਆ। ਗੁਰੂ ਸਾਹਿਬ ਨੇ ਨਾ ਜਿਵੇਂ ਆਪਾਂ ਧਰਮਸ਼ਾਲਾ ਕਹਿ ਸਕਦੇ ਹਾਂ, ਇੱਕ ਬਗੀਚਾ ਬਣਾਇਆ ਸੀ, ਕੋਲ ਇੱਕ ਖੂਹੀ ਕਹਿ ਸਕਦੇ ਹਾਂ, ਖੂਹੀ ਵੀ ਸੀ, ਕਿਉਂਕਿ ਉਹਨਾਂ ਟਾਈਮਾਂ 'ਚ ਖੂਹੀਆਂ ਹੀ ਹੁੰਦੀਆਂ ਸੀ, ਹੋਰ ਤਾਂ ਕੋਈ ਸਾਧਨ ਨਹੀਂ ਸੀ। ਖੂਹੀ ਵੀ ਸੀ, ਇੱਕ ਕਮਰਾ ਸੀ, ਉੱਤੇ ਚੁਬਾਰਾ ਵੀ ਸੀ। ਗੁਰੂ ਸਾਹਿਬ ਉੱਥੇ ਧਰਮਸ਼ਾਲਾ ਉਹਨੂੰ ਕਹਿ ਸਕਦੇ ਹਾਂ, ਇਸ ਤਰ੍ਹਾਂ ਦਾ ਬਣਾਇਆ ਸੀ, ਥੜਾ ਬਣਿਆ ਸੀ। ਹਮੇਸ਼ਾ ਉਸ ਥੜੇ 'ਤੇ ਬੈਠ ਕੇ ਕਥਾ ਕਰਿਆ ਕਰਦੇ ਸਨ, ਆਸਾ ਦੀ ਵਾਰ ਲੱਗਦੀ ਸੀ। ਇਸ ਤਰ੍ਹਾਂ ਦਾ ਉੱਥੇ ਹੀ ਗੁਰੂ ਸਾਹਿਬ ਜ਼ਿਆਦਾ ਵਿਚਰਦੇ ਸਨ। ਹੁਣ ਉਹ ਥੜੇ 'ਤੇ ਗੁਰੂ ਸਾਹਿਬ ਕਥਾ ਕਰ ਰਹੇ ਨੇ, ਗੁਮਾਨੀ ਰਾਮ ਦੇ ਭੇਜੇ ਉਹ 2 ਚੇਲੇ ਆਉਂਦੇ ਨੇ। ਉਹ ਆਣ ਕੇ ਜਦੋਂ ਆਉਂਦੇ ਨੇ ਅਤੇ ਉਹ ਅਰਜ਼ ਕਰਦੇ ਨੇ ਸਾਨੂੰ ਭਜਨ ਦਿਓ। ਗੁਰੂ ਸਾਹਿਬ ਐਸੀ ਬਖਸ਼ਿਸ਼ ਕਰਦੇ ਨੇ ਕਿ ਜਦੋਂ ਉਹਨਾਂ ਨੂੰ ਭਜਨ ਦਿੰਦੇ ਨੇ ਨਾ, ਉਹਨਾਂ ਦਾ ਮਨ ਇੱਕਦਮ ਗੁਰੂ ਚਰਨਾਂ ਨਾਲ ਜੁੜ ਜਾਂਦਾ ਹੈ ਅਤੇ ਸਾਰੀ ਸੁੱਧ ਬੁੱਧ ਭੁੱਲ ਜਾਂਦੀ, ਅਸੀਂ ਕੌਣ ਸੀ, ਕਿੱਥੋਂ ਆਏ ਹਾਂ ਅਤੇ ਕੀ ਪੁੱਛ ਕੇ ਤੇ ਵਾਪਸ ਜਾਣਾ ਗੁਮਾਨੀ ਰਾਮ ਨੂੰ। ਉਹ ਉੱਥੇ ਹੀ ਸੰਗਤ 'ਚ ਬੈਠ ਕੇ ਭਜਨ ਕਰਨ ਆ ਜਾਂਦੇ ਨੇ। ਉਹ 2 ਕਿੰਨੀ ਦੇਰ ਉਡੀਕਦੇ ਨੇ ਵੀ ਉਹ ਇੰਨੇ ਚਿਰ 'ਚ ਤਾਂ ਆ ਜਾਣਾ ਚਾਹੀਦਾ ਸੀ ਉਹਨਾਂ ਨੂੰ, ਉਹ ਆਏ ਕਿਉਂ ਨਹੀਂ। 2 ਹੋਰ ਜਾਂਦੇ ਨੇ, ਉਹ ਕਹਿੰਦੇ ਨੇ ਅਸੀਂ ਜਾ ਕੇ ਲੈ ਕੇ ਆਉਂਦੇ ਹਾਂ। 2 ਹੋਰ ਆਉਂਦੇ ਨੇ, 2 ਹੋਰ ਆਉਂਦੇ ਨੇ। ਇੱਦਾਂ ਕਰਦਿਆਂ ਉਹਨਾਂ ਦੇ ਕੋਈ 30-40 ਬੰਦੇ ਆ ਗਏ ਅਤੇ 8-10 ਮਗਰ ਰਹਿ ਗਏ 50 'ਚੋਂ। ਗੁਮਾਨੀ ਰਾਮ ਨੂੰ ਗੁੱਸਾ ਚੜਿਆ, ਕਹਿੰਦਾ ਮੈਂ ਹੁਣ ਕਿਸੇ ਨੂੰ ਜਾਣ ਨਹੀਂ ਦੇਣਾ, ਜਿਹੜਾ ਜਾਏਗਾ ਉਹ ਸਹੁੰ ਚੁੱਕ ਕੇ, ਸਾਰਿਆਂ ਨੇ ਆਖਿਆ ਵੀ ਜਿਹੜਾ ਵੀ ਜਾਂਦਾ ਉੱਥੇ ਰਹਿ ਜਾਂਦਾ। ਉਹ ਕਹਿੰਦਾ ਠਾਕਰ ਜੀ ਦੀ ਸਹੁੰ ਖਾਓ ਅਤੇ ਤਾਂ ਜਾਣਾ, ਮੈਂ ਵੀ ਨਹੀਂ ਜਾਣ ਦੇਣਾ। ਜਦੋਂ ਇੰਨੀ ਗੱਲ ਹੋਈ, ਉਹ ਕਹਿੰਦੇ ਵੀ ਗੁਮਾਨੀ ਰਾਮ ਜ਼ਿਆਦਾ ਗੁਮਾਨ ਵਿੱਚ ਆ ਗਿਆ, ਕਹਿੰਦਾ ਹੁਣ ਮੈਂ ਜਾਂਦਾ। ਉਹਨੇ ਸਹੁੰ ਖਾਧੀ ਵੀ ਅੱਜ ਮੈਂ ਜਾ ਕੇ ਤੁਹਾਨੂੰ ਇਕੱਲੀ ਗੱਲ ਸੱਚੀ ਦੱਸਾਂਗਾ। ਹੁਣ ਜਦੋਂ ਗੁਮਾਨੀ ਰਾਮ ਜਾਂਦਾ ਹੈ, ਉਹ ਜਾ ਕੇ ਕੀ ਵੇਖਦਾ ਵੀ ਜਿੰਨੇ ਚੇਲੇ ਉਹਦੇ ਆਏ ਸੀਗੇ, ਆਉਂਦਿਆਂ ਨੂੰ ਸਾਰੇ ਉੱਥੇ ਬੈਠੇ ਨੇ, ਬੰਦਗੀ ਕਰਨ ਡੇ ਨੇ, ਅੱਖਾਂ ਬੰਦ ਨੇ, ਮਸਤ ਨੇ। ਉਹ ਉਹਨਾਂ ਨੂੰ ਨਹੀਂ ਪਤਾ ਵੀ ਕੌਣ ਆ ਰਿਹਾ ਕੌਣ ਜਾ ਰਿਹਾ। ਗੁਮਾਨੀ ਰਾਮ ਆਇਆ ਅਤੇ ਥੋੜ੍ਹਾ ਜਿਹਾ
ਦਰਸ਼ਨ ਕਰਕੇ ਪ੍ਰਭਾਵ ਐਸਾ ਪਿਆ, ਥੋੜ੍ਹਾ ਜਿਹਾ ਪਿੱਛੇ ਖੜ ਗਿਆ ਤੇ ਫਿਰ ਸੋਚਦਾ, ਗੁਰੂ ਸਾਹਿਬ ਆਵਾਜ਼ ਮਾਰਦੇ ਨੇ, ਆਜਾ ਗੁਮਾਨੀ ਰਾਮ। ਜਦੋਂ ਗੁਮਾਨੀ ਰਾਮ ਨੂੰ ਸੱਦਿਆ ਤੇ ਉਹ ਆਂਦਾ, ਜੀ ਮੈਨੂੰ ਵੀ ਭਜਨ ਦਿਓ, ਮੈਨੂੰ ਵੀ ਇਕਲਾਮ ਦਿਓ, ਜਾਂ ਜਿਸ ਤਰ੍ਹਾਂ ਮੈਨੂੰ ਵੀ ਮੰਤਰ ਚਾਹੀਦਾ। ਗੁਰੂ ਸਾਹਿਬ ਹੁਕਮ ਕਰਦੇ ਨੇ, ਉਹਦੇ ਕੰਨ ਵਿੱਚ ਜਦੋਂ ਭਜਨ ਦਿੰਦੇ ਨੇ ਤੇ ਨਾਲ ਹੁਕਮ ਕਰਦੇ ਨੇ, ਕਿਸੇ ਨੂੰ ਦੱਸਣਾ ਵੀ ਨਹੀਂ ਤੇ ਉੱਚੀ ਵੀ ਨਹੀਂ ਬੋਲਣਾ। ਹੁਣ ਇਹ ਬਚਨ ਕਰ ਦਿੱਤਾ, ਪਰ ਗੁਮਾਨੀ ਰਾਮ ਤੇ ਸਿਰਫ ਇੰਨੀ ਹੀ ਕਿਰਪਾ ਕੀਤੀ ਕਿ ਵਾਪਸ ਜਾਣ ਜੋਗਾ ਛੱਡਤਾ। ਸਹੁੰ ਚੱਕ ਕੇ ਆਇਆ ਸੀ, ਜਾਂ ਕਹਿ ਸਕਦੇ ਹਾਂ ਇਹ ਰਜਾ ਸੀ, ਉਹਨਾਂ ਦੀ ਖੇਡ ਵਰਤਾਉਣੀ ਸੀ ਗੁਰੂ ਸਾਹਿਬ ਨੇ। ਗੁਮਾਨੀ ਰਾਮ ਵਾਪਸ ਜਾ ਕੇ ਆਪਣੇ ਨਾਲ ਦੇ ਸਾਥੀਆਂ ਨੂੰ ਕਹਿੰਦਾ, ਅਤੇ ਜਦੋਂ ਉਹਨਾਂ ਕੋਲ ਜਾਂਦਾ ਤਾਂ ਉਹ ਕਹਿੰਦੇ ਵੀ ਗੁਮਾਨੀ ਰਾਮ ਵਧੀਆ ਹੋ ਗਿਆ, ਤੂੰ ਆ ਗਿਆ, ਬਾਕੀ ਤਾਂ ਉੱਥੇ ਹੀ ਰਹਿ ਗਏ ਸਨ ਸਾਰੇ, ਤੂੰ ਦੱਸ ਉਹ ਕਿਹੜਾ ਕਲਾਮ ਦੱਸਦੇ ਨੇ ਜਿਹੜਾ ਉਹਨਾਂ ਦੇ ਕੋਲੋਂ ਕੋਈ ਉੱਠ ਕੇ ਹੀ ਨਹੀਂ ਆਉਂਦਾ, ਉਹਨਾਂ ਦੇ ਚਰਨਾਂ 'ਚ ਬਹਿ ਜਾਂਦਾ ਉਸੇ ਵੇਲੇ। ਗੁਮਾਨੀ ਰਾਮ ਕਹਿੰਦਾ, ਮੈਨੂੰ ਹੁਕਮ ਨਹੀਂ ਹੈਗਾ ਦੱਸਣ ਦਾ, ਮੈਂ ਦੱਸ ਨਹੀਂ ਸਕਦਾ। ਉਹ ਆਂਦਾ, ਏਡਾ ਤੈਨੂੰ ਹੁਕਮ ਨਹੀਂ ਹੈਗਾ, ਹੁਣ ਹੀ ਸਾਡੇ ਕੋਲ ਇੱਥੇ ਬਹਿ ਕੇ ਸੋਹਾਂ ਖਾਂਦਾ, 15-20 ਮਿੰਟ ਗਿਆ ਸਾਡੇ ਕੋਲੋਂ ਪਹਿਲਾਂ, ਹੁਣ ਤੈਨੂੰ ਐਡਾ ਚੜ੍ਹ ਗਿਆ, ਹੁਕਮ ਨਹੀਂ ਹੈਗਾ। ਇੰਨੀ ਗੱਲ ਹੁੰਦੀ ਸੀ ਤੇ ਉਹ ਨਾਲ ਦੇ ਬੰਦੇ ਜ਼ਿਆਦਾ ਤੱਤੇ ਹੋਏ, ਉਹਨਾਂ ਨੇ ਗੁਮਾਨੀ ਰਾਮ ਨੂੰ ਬਹੁਤ ਕੁੱਟਿਆ, ਚਪੇੜਾਂ ਮਾਰੀਆਂ, ਬੋਦੀ ਪੁੱਟੀ, ਬਹੁਤ ਕੁਝ ਕੁੱਟਿਆ ਨੂੰ। ਗੁਮਾਨੀ ਰਾਮ ਮਸਾਂ ਹੀ ਜਾਨ ਬਚਾ ਕੇ ਉਹਨਾਂ ਕੋਲੋਂ ਭੱਜਿਆ। ਉਹ ਜਦੋਂ ਭੱਜਿਆ ਤੇ ਗੁਰੂ ਸਾਹਿਬ ਦੇ ਦਰਬਾਰ ਕੋਲ ਆਇਆ ਤੇ ਸੱਚ ਪਾਤਸ਼ਾਹ ਜੀ ਆਪਣੇ ਕੋਲ ਬਿਠਾ ਲਿਆ। ਗੁਰੂ ਸਾਹਿਬ ਹੁਕਮ ਕਰਦੇ ਨੇ, ਗੁਮਾਨੀ ਰਾਮ ਆ ਮੇਰੇ ਵੇਖ, ਇਹ ਤੈਨੂੰ ਨਹੀਂ ਪਈਆਂ, ਇਹ ਮੈਨੂੰ ਪਈਆਂ ਨੇ। ਆਪਣਾ ਚਿਹਰਾ ਕਰਕੇ ਉਹਨੂੰ ਖੁੰਦੇ ਨੇ, ਆ ਵੇਖ ਮੇਰਾ ਚਿਹਰਾ ਇੱਥੋਂ ਲਾਲ ਹੋਇਆ। ਚਲੋ ਗੁਮਾਨੀ ਰਾਮ ਬੈਠ ਗਿਆ, ਸਮਾਂ ਬਤੀਤ ਹੋਇਆ, ਸ਼ਾਮ ਦਾ ਰਾਤ ਪੈ ਗਈ। ਜਿਹੜੇ ਉਹ ਪੰਡਤ ਸਨ ਜਿਨ੍ਹਾਂ ਨੇ ਕੁੱਟਿਆ ਸੀ ਗੁਮਾਨੀ ਰਾਮ ਨੂੰ, ਉਹ ਰਾਤ ਸੁੱਤੇ ਨੇ। 8-10 ਪੰਡਤ ਸੀਗੇ, ਉਹ ਰਾਤ ਸੁੱਤੇ ਨੇ। ਸੁਪਨੇ ਵਿੱਚ ਉਹਨਾਂ ਨੂੰ ਜਮਰਾਜ ਦੇ ਦਰਸ਼ਨ ਹੋਏ। ਜਮਰਾਜ ਦੇ ਦਰਸ਼ਨ ਹੋਏ ਅਤੇ ਉਹਨਾਂ ਨੂੰ ਫੜ ਕੇ ਲੈ ਗਿਆ ਜਮਰਾਜ, ਅਤੇ ਉਹਨਾਂ ਦੇ ਸਿਰ 'ਤੇ ਐਸੀਆਂ ਪਟੋਕੀਆਂ ਜਾਂ ਐਸੀਆਂ ਚਪੇੜਾਂ ਮਾਰੀਆਂ, ਇੰਨੀਆਂ ਮਾਰੀਆਂ ਕਿ ਉਹਨਾਂ ਦਾ ਸਿਰ ਬੋਲ ਗਿਆ, ਲਾਲ ਹੋ ਗਿਆ ਸਿਰ ਉਹਨਾਂ ਦਾ, ਅਧਵਾਣੇ ਵਾਂਗੂ ਲਾਲ ਕਰਤਾ ਕੁੱਟ-ਕੁੱਟ ਕੇ। ਅਤੇ ਉਹ ਬੜੀ ਜਾਨ ਬਚਾ ਕੇ, ਡਰਨ ਸਾਨੂੰ ਛੱਡ ਦਿਓ, ਅਸੀਂ ਅੱਜ ਤੋਂ ਬਾਅਦ ਕੋਈ ਗਲਤੀ ਨਹੀਂ ਕਰਦੇ। ਅਤੇ ਉਹਨੇ ਆਖਿਆ ਵੀ ਜਾਓ, ਜਾ ਕੇ ਗੁਮਾਨੀ ਰਾਮ ਤੋਂ ਮਾफ़ੀ ਮੰਗੋ ਅਤੇ ਗੁਰੂ ਬਾਲਕ ਸਿੰਘ ਜੀ ਕੋਲ ਜਾ ਕੇ ਮਾफ़ੀ ਮੰਗੋ। ਤੁਸੀਂ ਗੁਮਾਨੀ ਰਾਮ ਨੂੰ ਕਿਉਂ ਕੁੱਟਿਆ? ਹੁਣ ਕੀ ਹੋਇਆ ਕਿ ਜਦੋਂ ਦਿਨ ਚੜ੍ਹਿਆ, ਇੰਨੀ ਕੁੱਟ ਪਈ ਅਤੇ ਸਿਰ 'ਤੇ ਹੱਥ ਲਾਉਂਦੇ ਨੇ ਅਤੇ ਦਰਦ ਹੁੰਦੀ ਹੈ, ਅਤੇ ਉਹ ਵੇਖਦੇ ਨੇ ਵੀ ਆਇਆ ਸੁਪਨਾ ਸੀ ਅਤੇ ਬਸ ਸਿਰ 'ਚ ਉਵੇਂ ਦਰਦ ਹੋ ਰਹੀ ਹੈ, ਜਿਵੇਂ ਕਿਸੇ ਨੇ ਸੱਚੀ 'ਚ ਕੁੱਟਿਆ ਹੋਵੇ। ਹੁਣ ਉਹ ਸਾਰੇ ਇਕੱਠੇ ਹੋ ਕੇ ਗੁਮਾਨੀ ਰਾਮ ਕੋਲ ਆਉਂਦੇ ਨੇ ਵੀ ਸਾਨੂੰ ਬਖਸ਼ ਲੈ, ਅਸੀਂ ਤੈਨੂੰ ਕੱਲ੍ਹ ਕੁੱਟਿਆ ਸੀ ਅਤੇ ਸਾਨੂੰ ਰਾਤੀ ਜਮਰਾਜਾਂ ਨੇ ਕੁੱਟਿਆ ਇਸ ਤਰ੍ਹਾਂ ਆਣ ਕੇ। ਉਹ ਫਿਰ ਗੁਮਾਨੀ ਰਾਮ ਉਹਨਾਂ ਨੂੰ ਗੁਰੂ ਬਾਲਕ ਸਿੰਘ ਦੇ ਚਰਨਾਂ ਵਿੱਚ ਲੈ ਕੇ ਜਾਂਦਾ ਕਿ ਇਹ ਮੈਂ ਕੁਝ ਨਹੀਂ ਕੀਤਾ, ਮੈਂ ਕੁਝ ਨਹੀਂ ਕਰਨ ਵਾਲਾ, ਇਹ ਤਾਂ ਸਭ ਉਹਨਾਂ ਦੀ ਰਜਾ ਸੀ। ਮੈਂ ਉਹਨਾਂ ਦਾ ਸਿੱਖ ਬਣ ਗਿਆ ਸੀ, ਤੁਸੀਂ ਮੈਨੂੰ ਮਾਰਿਆ ਅਤੇ ਫਿਰ ਇਹ ਉਹਨਾਂ ਨੇ ਐਸੀ ਖੇਡ ਵਰਤਾਈ ਹੈ ਅਤੇ ਤੁਹਾਨੂੰ ਮਾਰ ਪਈ। ਇਸ ਕਰਕੇ ਉਹ ਆਣ ਕੇ ਫਿਰ ਸਾਰੇ ਗੁਰੂ ਸਾਹਿਬ ਦੇ ਚਰਨੀ ਲੱਗਦੇ ਨੇ ਅਤੇ ਮਾफ़ੀ ਮੰਗਦੇ ਨੇ ਵੀ ਸਾਡੇ ਤੋਂ ਗਲਤੀ ਹੋ ਗਈ, ਬਖਸ਼ਿਸ਼ ਕਰੋ। ਇਨਸਾਨ ਜਦੋਂ ਗੁਰੂ ਘਰ ਵਿੱਚ ਜਨਮ ਲੈ ਲੈਂਦਾ ਹੈ, ਜਾਂ ਗੁਰੂ ਘਰ ਦੇ ਵਿੱਚ ਜਨਮ ਲੈਣ ਤੋਂ ਬਾਅਦ ਕਾਫੀ ਵਾਰ ਹੰਕਾਰ ਆ ਜਾਂਦਾ। ਇੱਕ ਬੜੀ ਸੁਭਾਵਿਕ ਜਿਹੀ ਗੱਲ ਹੈ ਕਿ ਜਦੋਂ ਮਾਣ ਪ੍ਰਤਿਸ਼ਠਾ ਹੁੰਦੀ ਹੈ ਅਤੇ ਹੰਕਾਰ ਬੜਾ ਸੁਭਾਵਿਕ ਹੈ, ਬੜਾ ਈਜ਼ੀ ਆ ਜਾਂਦਾ ਹੈ। ਗੁਰੂ ਬਾਲਕ ਸਿੰਘ ਜੀ ਦਾ ਭਰਾ ਸੀ ਵੱਡਾ ਮੰਨਾ ਸਿੰਘ। ਸੱਚ ਪਾਤਸ਼ਾਹ ਜੀ ਹੁਕਮ ਕਰਨਾ ਮੰਨਾ ਸਿੰਘ ਨੂੰ ਕਿ ਤੂੰ ਭਜਨ ਕਰਿਆ ਕਰ, ਤੂੰ ਭਜਨ ਘੱਟ ਕਰਦਾ ਹੈ ਅਤੇ ਤੂੰ ਸੰਗਤ 'ਚ ਨਹੀਂ ਆਉਂਦਾ, ਕਾਰ ਵਿਹਾਰ 'ਚ ਹੀ ਲੱਗਾ ਰਹਿੰਦਾ ਹੈ। ਅਤੇ ਮੰਨਾ ਸਿੰਘ ਜਿਹੜਾ ਸੀ ਉਹ ਆਇਆ, ਆਣ ਕੇ ਅਰਜ਼ ਕਰਦਾ ਪਾਤਸ਼ਾਹ, ਕਹਿੰਦਾ ਅਸੀਂ ਸੁਣਦੇ ਰਹੇ ਹਾਂ ਕਿ ਜਿਹੜੇ ਕੁਲ ਵਿੱਚ ਕੋਈ ਅਵਤਾਰ ਹੋ ਜਾਏ, ਕੋਈ ਸਾਧੂ ਸੰਤ ਹੋ ਜਾਵੇ, ਉਹਦੀਆਂ ਤਾਂ 21 ਕੁਲਾਂ ਤਰ ਜਾਂਦੀਆਂ ਨੇ, ਤਾਂ ਸਾਨੂੰ ਨਾਮ ਜਪਣ ਦੀ ਕੀ ਲੋੜ ਆ? ਅਤੇ ਗੁਰੂ ਸਾਹਿਬ ਹੁਕਮ ਕਰਦੇ ਨੇ, ਮੰਨਾ ਸਿੰਘ ਤੈਨੂੰ ਇਸ ਗੱਲ ਦਾ ਪਤਾ ਹੈ ਵੀ 21 ਅਗਲੀਆਂ ਤਰਨੀਆਂ ਨੇ ਕਿ ਪਿਛਲੀਆਂ ਤਰਨੀਆਂ ਨੇ? ਜਦੋਂ ਗੁਰੂ ਸਾਹਿਬ ਨੇ ਇਸ ਤਰ੍ਹਾਂ ਜਵਾਬ ਦਿੱਤਾ, ਹੁਣ ਇਹਦਾ ਜਵਾਬ ਤਾਂ ਕਿਸੇ ਕੋਲ ਵੀ ਨਹੀਂ ਹੈਗਾ ਵੀ ਵਾਕਈ ਅਗਲੀਆਂ ਕੁੱਲਾਂ ਜਿਹੜੀਆਂ 21 ਤਲਨੀਆਂ ਨੇ ਜਾਂ ਪਿਛਲੀਆਂ। ਅਤੇ ਉਹ ਜਿਹੜਾ ਸੀ ਮੰਨਾ ਸਿੰਘ ਇੱਕਦਮ ਚੁੱਪ ਕਰ ਗਿਆ। ਫਿਰ ਗੁਰੂ ਸਾਹਿਬ ਹੁਕਮ ਕਰਦੇ ਨੇ, ਭਾਈ ਇਹ ਇਸ ਤਰ੍ਹਾਂ ਨਹੀਂ ਹੈਗਾ, 21 ਕੁਲਾਂ ਤਰਦੀਆਂ ਜ਼ਰੂਰ ਨੇ। ਹੁਣ ਤੂੰ ਭਜਨ ਬਾਣੀ ਨਾ ਕਰੇਗਾ, ਜੇ ਤੂੰ ਗੁਰੂ ਸਾਹਿਬ ਦੇ ਕੋਲ ਰਹਿ ਕੇ ਵੀ, ਤੂੰ ਗੁਰੂ ਘਰ 'ਚ ਰਹਿ ਕੇ ਵੀ ਮਾੜੇ ਕੰਮ ਕਰੇਗਾ, ਸਜ਼ਾ ਤਾਂ ਤੈਨੂੰ ਉਹਨਾਂ ਦੀ ਭੁਗਤਣੀ ਹੀ ਪਏਗੀ।
ਇਸ ਕਰਕੇ ਇਸ ਗੱਲ ਦੀ ਜਿਹੜੀ ਮਨ ਦੇ ਵਿੱਚ ਤੂੰ ਇੱਛਾ ਬਣਾ ਕੇ ਬੈਠਾ ਹੈ ਨਾ ਕਿ ਮੈਂ ਗੁਰੂ ਘਰ ਦਾ ਭਰਾ ਕਹਿ ਸਕਦੇ ਹਾਂ ਗੁਰੂ ਦਾ, ਜਾਂ ਮੈਂ ਸਾਡੀ ਕੋਲ 'ਚ ਕੋਈ ਇਸ ਤਰ੍ਹਾਂ ਦਾ ਜਿਹਦੇ ਮਨ ਵਿੱਚ ਵੀ ਸ਼ੰਕਾ ਹੋਵੇ, ਉਹ ਇਹ ਗੱਲ ਕਦੀ ਵੀ ਨਾ ਸੋਚੇ। ਇਹ ਤਾਂ ਉਹਦੀ ਜਦੋਂ ਰਜਾ ਹੋਏਗੀ ਨਾ ਤੇ ਫੇਰ ਕੁਲਾਂ ਤਰਨੀਆਂ ਨੇ, ਇਸ ਤਰ੍ਹਾਂ ਨਹੀਂ ਤਰਨੀਆਂ ਵੀ ਤੁਸੀਂ ਮਨ 'ਚ ਸੋਚ ਲਿਆ ਤੇ ਉਸ ਤੋਂ ਬਾਅਦ ਜੋ ਤੁਹਾਡਾ ਦਿਲ ਕਰਦਾ ਤੁਸੀਂ ਉਹ ਕਾਰਜ ਕਰੀ ਜਾਓ, ਭਜਨ ਬਾਣੀ ਕਰੋ ਨਾ, ਗੁਰੂ ਦੇ ਹੁਕਮਾਂ 'ਤੇ ਚੱਲੋ ਨਾ, ਤੇ ਫਿਰ ਤੁਸੀਂ ਆਖੋਗੇ ਅਸੀਂ ਤੇ ਤਾਰੀ ਜਾਣਾ ਆ। ਇਸ ਤਰ੍ਹਾਂ ਨਹੀਂ ਤਰਨੀਆਂ। ਸੱਚ ਪਾਤਸ਼ਾਹ ਜੀ ਇੱਥੇ ਕਾਫੀ ਲੰਮਾ ਉਪਦੇਸ਼ ਦਿੰਦੇ ਨੇ, ਸੰਗਤ ਨੂੰ ਬੜਾ ਸਮਝਾਉਂਦੇ ਨੇ। ਇਸ ਤਰ੍ਹਾਂ ਗੁਰੂ ਸਾਹਿਬ ਕਥਾ ਕਰਿਆ ਕਰਦੇ ਸਨ ਆਪ। ਸਤਿਗੁਰੂ ਰਾਮ ਸਿੰਘ ਜੀ ਮਹਾਰਾਜਾ ਨੌ ਨਿਹਾਲ ਸਿੰਘ ਦੀ ਪਲਟਨ ਵਿੱਚ ਭਰਤੀ ਹੋ ਜਾਂਦੇ ਨੇ। 1841 ਦਾ ਸਮਾਂ ਆਉਂਦਾ ਹੈ। ਸਤਿਗੁਰੂ ਰਾਮ ਸਿੰਘ ਜੀ ਆਪਣੀ ਫੌਜ ਦੇ ਨਾਲ, ਕਿਉਂਕਿ ਸੱਚ ਪਾਤਸ਼ਾਹ ਜੀ ਲਾਹੌਰ ਤੋਂ ਫੌਜ ਚੱਲਦੀ ਏ ਪੇਸ਼ਾਵਰ ਵੱਲ ਨੂੰ, ਕਿਉਂਕਿ ਪੇਸ਼ਾਵਰ ਦੀ ਫੌਜ ਤੋਂ ਲੈ ਕੇ ਆਉਣਾ ਸੀ ਪੈਸੇ, ਅਗਰ ਆਉਣੀ ਸੀਗੀ ਪੈਸੇ ਆਉਣੇ ਸੀਗੇ, ਜਿਹੜੇ ਮਾਲ ਆਉਂਦਾ ਹੈ, ਮਾਲ ਜਿਹਨੂੰ ਆਪਾਂ ਕਹਿੰਦੇ ਨੇ ਅੱਜ ਕੱਲ੍ਹ ਟੈਕਸ ਕਹਿ ਦਿੰਦੇ ਆਪਾਂ। ਅੱਜ ਕੱਲ੍ਹ ਤਾਂ ਬੁਲਟ ਪ੍ਰੂਫ ਗੱਡੀਆਂ ਬਣ ਗਈਆਂ, ਉਹਨਾਂ 'ਚ ਆਉਂਦੇ ਨੇ। ਉਦੋਂ ਕੀ ਹੁੰਦਾ ਸੀ, ਇਹ ਫੌਜ ਲੈ ਕੇ ਜਾਂਦੀ ਸੀ। ਹੈੱਡਕੁਆਟਰ 'ਚ ਰਾਜਧਾਨੀ ਲਾਹੌਰ ਸੀਗੀ, ਅਤੇ ਜੇ ਪੰਜਾਬ ਦਾ ਜਿੰਨਾ ਵੀ ਰਾਜ ਆ, ਕਿਸੇ ਵੀ ਇੱਕ ਸ਼ਹਿਰ 'ਚੋਂ ਦੂਜੇ ਸ਼ਹਿਰ 'ਚ ਜਦੋਂ ਧਨ ਜਾਣਾ ਹੁੰਦਾ ਸੀ, ਜਿੰਨਾ ਮਾਲ ਜਿੰਦਾ ਟੈਕਸ ਹੁੰਦਾ ਸੀ ਜਿਹੜਾ, ਉਹ ਫੌਜ ਲੈ ਕੇ ਜਾਂਦੀ ਹੁੰਦੀ ਸੀ ਸਿਕਿਉਰਿਟੀ ਦੇ ਨਾਲ। ਹੁਣ ਪੇਸ਼ਾਵਰ ਤੋਂ ਜਿਹੜੀ ਰਕਮ ਸੀ, ਮਾਲ ਆਉਣਾ ਸੀ, ਉਹ ਆਇਆ ਨਾ, ਅਤੇ ਲਾਹੌਰ ਵਾਲਿਆਂ ਨੇ ਇੰਤਜ਼ਾਰ ਕਰਦਿਆਂ ਕਰਦਿਆਂ ਉਹਨਾਂ ਨੇ ਇੱਥੋਂ ਫੌਜ ਭੇਜ ਦਿੱਤੀ, ਸਤਿਗੁਰੂ ਰਾਮ ਸਿੰਘ ਜੀ ਵਾਲੀ ਪਲਟਨ ਭੇਜ ਦਿੱਤੀ ਕਿ ਜਾਓ ਜਾ ਕੇ ਤੁਸੀਂ ਉਹ ਪੈਸੇ ਲੈ ਕੇ ਆਓ, ਉਹ ਮਾਲ ਲੈ ਕੇ ਆਓ। ਹੁਣ ਸਤਿਗੁਰੂ ਰਾਮ ਸਿੰਘ ਜੀ ਇੱਧਰੋਂ ਚੱਲ ਪਏ ਨੇ। ਸਤਿਗੁਰੂ ਰਾਮ ਸਿੰਘ ਦੀ ਜਿਹੜੀ ਪਲਟਨ ਸੀ ਉਹ ਹਜ਼ਰੋਂ ਸਾਹਿਬ ਦੇ ਕੋਲ ਖੜ੍ਹਦੀ ਹੈ। ਉੱਥੇ ਇਹਨਾਂ ਨੂੰ ਸੁਨਾਹਾ ਮਿਲ ਜਾਂਦਾ ਹੈ ਕਿ ਤੁਸੀਂ ਇੱਦੋਂ ਅੱਗੇ ਨਹੀਂ ਜਾਣਾ, ਕਿਉਂਕਿ ਜਿਹੜੀ ਪਿਸ਼ੌਰ ਤੋਂ ਪਲਟਨ ਸੀ, ਜਿੰਨੇ ਇਹ ਮਾਲ ਲੈ ਕੇ ਆਉਣਾ ਸੀ, ਧਨ ਲੈ ਕੇ ਆਉਣਾ ਸੀ, ਉਹ ਲੈ ਕੇ ਤੁਰ ਪਈ ਹੈ। ਇਸ ਕਰਕੇ ਤੁਸੀਂ ਇੱਥੇ ਇੰਤਜ਼ਾਰ ਕਰੋ, ਤੁਹਾਨੂੰ ਉਹ ਇੱਥੇ ਹੀ ਧਨ ਦੇ ਦੇਣਗੇ, ਇੱਥੇ ਲੈ ਕੇ ਉਹ ਪੈਸੇ ਦੇ ਦੇਣਗੇ। ਹੁਣ ਫੌਜ ਉੱਥੇ ਰੁਕਦੀ ਏ। ਜਦੋਂ ਫੌਜ ਰੁਕਦੀ ਏ, ਦੂਸਰੀ ਫੌਜ ਦਾ ਇੰਤਜ਼ਾਰ ਕਰਦੀ ਏ, ਅਤੇ ਉੱਥੇ ਲਾਗੇ, ਕਿਉਂਕਿ ਸਤਿਗੁਰੂ ਰਾਮ ਸਿੰਘ ਦੀ ਜਿਹੜੀ ਫੌਜ ਸੀ, ਇਹਦਾ ਨਾਂ ਸੀ ਭਗਤਾਂ ਵਾਲੀ ਫੌਜ। ਕਿਉਂਕਿ ਸੱਚ ਪਾਤਸ਼ਾਹ ਜੀ ਦਾ ਪ੍ਰਭਾਵ ਹੀ ਐਸਾ ਸੀ ਸਤਿਗੁਰੂ ਰਾਮ ਸਿੰਘ ਜੀ ਦਾ, ਕਿ ਜਿੰਨੇ ਵੀ ਫੌਜ ਦੇ ਮੈਂਬਰ ਕਹਿ ਸਕਦੇ ਹਾਂ, ਪਲਟਨ ਦੇ ਵਿੱਚ ਸਿਪਾਹੀ ਸਨ ਜਿਹੜੇ, ਉਹ ਸਾਰੇ ਭਜਨ ਬੰਦਗੀ ਕਰਨ ਲੱਗ ਗਏ ਸਨ। ਇਸ ਕਰਕੇ ਉਹ ਇੰਨੇ ਸਾਧੂ ਸੁਭਾਅ ਵਾਲੇ ਸਨ। ਇਸ ਕਰਕੇ ਇਹਨਾਂ ਦੀ ਪਲਟਨ ਨੂੰ ਭਗਤਾਂ ਵਾਲੀ ਪਲਟਨ ਆਖਿਆ ਜਾਂਦਾ, ਫੌਜ ਆਖਿਆ ਜਾਂਦਾ ਸੀ, ਭਗਤਾਂ ਦੀ ਫੌਜ। ਅਤੇ ਆਪਣੀ ਫੌਜ ਨੇ ਸੁਣਿਆ ਕਿ ਇੱਥੇ ਨਾਲ ਦੇ ਪਿੰਡ ਵਿੱਚ ਇੱਕ ਗੁਰੂ ਬਾਲਕ ਸਿੰਘ ਜੀ ਹੈਗੇ ਨੇ, ਉਹਨਾਂ ਦਾ ਬਹੁਤ ਮਾਣ ਪ੍ਰਤਿਸ਼ਠਾ ਆ, ਬਹੁਤ ਉਹਨਾਂ ਦਾ ਜਸ ਹੁੰਦਾ ਹੈ, ਬੜੇ ਮਹਾਂਪੁਰਸ਼ ਨੇ। ਉਹਨਾਂ ਦੀ ਜਦੋਂ ਉਸਤਤ ਸੁਣੀ ਅਤੇ ਫੌਜ ਦੇ ਵਿੱਚੋਂ ਬਾਬਾ ਜਮੀਤ ਸਿੰਘ ਜੀ ਉਹ ਜਾਂਦੇ ਨੇ। ਉਹ ਜਾ ਕੇ ਸਤਿਗੁਰੂ ਬਾਲਕ ਸਿੰਘ ਦੇ ਚਰਨਾਂ ਵਿੱਚ ਮੱਥਾ ਟੇਕਦੇ ਨੇ, ਕਿਉਂਕਿ ਜਿਹੜੇ ਬਾਬਾ ਜਮੀਤ ਸਿੰਘ ਜੀ ਸਨ ਨਾ, ਉਹ ਪਹਿਲਾਂ ਸੋਹੂੰ ਦੇ ਭਜਨ ਕਰਦੇ ਹੁੰਦੇ ਸਨ। ਸੋਹੂੰ ਦਾ, ਜਿਵੇਂ ਆਪਾਂ ਚਾਰ ਅੱਖਰਾਂ ਦਾ ਨਾਮ ਜਪਦੇ ਹਾਂ, ਉਹ ਸੋਹੂੰ ਦਾ ਨਾਮ ਜਪਦੇ ਸਨ। ਜਦੋਂ ਉਹ ਸੰਗਤ ਵਿੱਚ ਜਾ ਕੇ ਮੱਥਾ ਟੇਕਦੇ ਨੇ ਅਤੇ ਗੁਰੂ ਬਾਲਕ ਸਿੰਘ ਜੀ ਕਥਾ ਕਰ ਰਹੇ ਸਨ। ਮਾਈ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਣ 'ਤੇ ਛੂਟਿਓ, ਕਰ ਬੈਠੋ ਬਿਸਰਾਮ। ਇਹ ਕਥਾ ਕਰਦੇ ਪਏ ਸਨ ਗੁਰੂ ਸਾਹਿਬ। ਜਦੋਂ ਉਹਦੀ ਵਿਆਖਿਆ ਸੁਣੀ ਅਤੇ ਬਾਬਾ ਜਮੀਤ ਸਿੰਘ ਦਾ ਮਨ ਬੜਾ ਸ਼ਾਂਤ ਹੋ ਗਿਆ। ਉਹ ਉੱਠ ਕੇ ਅਰਜ਼ ਕਰਦੇ ਨੇ, ਪਾਤਸ਼ਾਹ ਕਿਰਪਾ ਕਰੋ, ਮੈਨੂੰ ਵੀ ਇਸ ਭਜਨ ਦੀ ਦਾਤ ਬਖਸ਼ੋ, ਨਾਮ ਦੀ ਦਾਤ ਬਖਸ਼ੋ। ਜਦੋਂ ਉਹ ਇਹ ਅਰਜ਼ ਕਰਦੇ ਨੇ, ਫਿਰ ਗੁਰੂ ਸਾਹਿਬ, ਕਿਉਂਕਿ ਉਹਨਾਂ ਨੇ ਅਰਜ਼ ਕੀਤੀ ਸੀ ਜਾ ਕੇ, ਜੀ ਇਸ ਕਲਯੁਗ ਦਾ ਜਿਹੜਾ ਤੁਸੀਂ ਨਾਮ ਦਿੰਦੇ ਹੋ, ਉਹਦਾ ਕੀ ਮਹਾਤਮ ਹੈ। ਫਿਰ ਗੁਰੂ ਸਾਹਿਬ ਨੇ ਉਹਦੀ ਬੜੀ ਵਿਆਖਿਆ ਕੀਤੀ ਵੀ ਕਿਸ ਯੁੱਗ ਵਿੱਚ ਕਿਹੜਾ ਧਰਮ ਨਾਮ। ਹੁਣ ਸਮਾਂ ਘੱਟ ਹੈ, ਮੈਂ ਉੱਧਰ ਨੂੰ ਨਹੀਂ ਜਾਣਾ। ਗੁਰੂ ਸਾਹਿਬ ਹੁਕਮ ਕਰਦੇ ਕਿ ਇਸ ਕਲਯੁਗ ਦੇ ਵਿੱਚ ਨਾਮ ਜਪਣਾ ਹੀ ਸਭ ਤੋਂ ਵੱਡਾ ਧਰਮ ਹੈ। ਗੁਰੂ ਸਾਹਿਬ ਉਹਨਾਂ ਦੇ ਕੰਨ ਵਿੱਚ ਬਾਬਾ ਜਮੀਤ ਸਿੰਘ ਦੇ ਇਹ ਚਾਰ ਅੱਖਰਾਂ ਜਾਪ ਉਹਦਾ ਭਜਨ ਦਿੰਦੇ ਨੇ। ਬਾਬਾ ਜਮੀਤ ਸਿੰਘ ਜੀ ਅੱਗੇ ਬੜੇ ਸਾਧੂ ਸੁਭਾਅ ਦੇ ਸਨ, ਭਜਨ ਬੰਦਗੀ ਕਰਦੇ ਸਨ, ਪਰ ਮਨ ਨਹੀਂ ਸੀ ਜੁੜਦਾ। ਜਿੱਦਣ ਗੁਰੂ ਬਾਲਕ ਸਿੰਘ ਜੀ ਕੋਲੋਂ ਭਜਨ ਪੁੱਛ ਲਿਆ, ਉਸ ਤੋਂ ਬਾਅਦ ਜਦੋਂ ਉਹਨਾਂ ਨੇ ਬੈਠਣ ਲੱਗਣਾ, ਉਸੇ ਵੇਲੇ ਮਨ ਜੁੜ ਜਾਣਾ। ਬੜੇ ਖੁਸ਼ ਹੋਏ ਇੱਦਾਂ।
ਬਾਬਾ ਜਮੀਤ ਸਿੰਘ ਜੀ ਵਾਪਸ ਆਏ। ਉਹਨਾਂ ਨੇ ਆਣ ਕੇ ਬੜੀ ਪਲਟਨ ਦੇ ਵਿੱਚ ਉਸਤਤ ਕੀਤੀ ਕਿ ਇਸ ਤਰ੍ਹਾਂ ਸਤਿਗੁਰੂ ਬਾਲਕ ਸਿੰਘ ਜੀ ਨੇ, ਮੈਂ ਉਹਨਾਂ ਦੇ ਦਰਸ਼ਨ ਕੀਤੇ ਨੇ, ਉਹ ਭਜਨ ਦਿੰਦੇ ਨੇ ਅਤੇ ਮਨ ਚਿੱਤ ਸ਼ਾਂਤ ਹੋ ਜਾਂਦਾ ਇੱਕਦਮ। ਸਾਰੀ ਸੰਗਤ ਜਿਹੜੀ ਉਹ ਜਿਹੜੀ ਪਲਟਨ ਸੀ ਉਹਦੇ ਵਿੱਚੋਂ ਇੱਕ ਕਰਕੇ, ਦੋ ਦੋ ਕਰਕੇ, ਚਾਰ ਚਾਰ ਦਾ ਗਰੁੱਪ ਬਣ ਕੇ ਉਹ ਗੁਰੂ ਸਾਹਿਬ ਕੋਲ ਜਾ ਕੇ ਭਜਨ ਪੁੱਛਦੇ ਨੇ। 150 ਦੇ ਕਰੀਬ ਜਦੋਂ ਸਿਪਾਹੀਆਂ ਨੇ ਭਜਨ ਪੁੱਛ ਲਿਆ, ਉਸ ਤੋਂ ਬਾਅਦ ਸਤਿਗੁਰੂ ਰਾਮ ਸਿੰਘ ਜੀ ਦੀ ਆਪਣੀ ਰਜਾ ਬਣੀ ਕਿ ਹੁਣ ਮੈਂ ਵੀ ਜਾਵਾਂ। ਬੜਾ ਜਸ ਸੁਣਿਆ ਉਹਨਾਂ ਦਾ, ਮੈਂ ਵੀ ਜਾਵਾਂ ਉਹਨਾਂ ਦੇ ਕੋਲ। ਸਤਿਗੁਰੂ ਰਾਮ ਸਿੰਘ ਜੀ ਜਦੋਂ ਜਾਂਦੇ ਨੇ, ਜਾ ਕੇ ਸੰਗਤ ਵਿੱਚ ਖਲੋਂਦੇ ਨੇ, ਗੁਰੂ ਬਾਲਕ ਸਿੰਘ ਜੀ ਨੂੰ ਮੱਥਾ ਟੇਕਣ ਲੱਗਦੇ ਨੇ ਜਦੋਂ ਜਾ ਕੇ, ਅਤੇ ਗੁਰੂ ਬਾਲਕ ਸਿੰਘ ਜੀ ਆਪਣੇ ਆਸਣ ਤੋਂ ਖੜ੍ਹੇ ਹੋ ਜਾਂਦੇ ਨੇ। ਜਦੋਂ ਸਤਿਗੁਰੂ ਰਾਮ ਸਿੰਘ ਜੀ ਸੰਗਤ ਵਿੱਚ ਗਏ ਸਨ ਨਾ, ਉਦੋਂ ਸੱਚ ਪਾਤਸ਼ਾਹ ਜੀ ਕਥਾ ਕਰਦੇ ਸਨ, ਠਾਕਰ ਤੁਮ ਸਰਨਾਈ ਆਇਆ, ਠਾਕਰ ਤੁਮ ਸਰਨਾਈ ਆਇਆ, ਉਤਰ ਗਇਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਜਿਹੜਾ ਇਹ ਸ਼ਬਦ ਦੀ ਵਿਆਖਿਆ ਕਰਦੇ ਸਨ, ਕਿਉਂਕਿ ਸਤਿਗੁਰੂ ਬਾਲਕ ਸਿੰਘ ਜੀ ਆਮ ਬਚਨ ਕਰਿਆ ਕਰਦੇ ਸਨ, ਅਸੀਂ ਤੇ ਠਾਕੁਰਾਂ ਦੇ ਇੰਤਜ਼ਾਰ ਵਿੱਚ ਬੈਠੇ ਹਾਂ, ਇਹ ਤਾਂ ਸਾਰਾ ਕੁਝ ਠਾਕੁਰਾਂ ਦਾ ਆ, ਜਦੋਂ ਠਾਕੁਰ ਆਉਣਗੇ ਅਸੀਂ ਉਹਨਾਂ ਨੂੰ ਦੇਵਾਂਗੇ। ਉਦੋਂ ਸ਼ਬਦ ਦੀ ਵਿਆਖਿਆ ਵੀ ਠਾਕਰ ਤੁਮ ਸਰਨਾਈ ਆਇਆ ਦੀ ਕਰ ਰਹੇ ਸਨ। ਸਤਿਗੁਰੂ ਰਾਮ ਸਿੰਘ ਜੀ ਨੂੰ ਵੇਖ ਕੇ ਗੁਰੂ ਬਾਲਕ ਸਿੰਘ ਜੀ ਜਦੋਂ ਮੱਥਾ ਟੇਕਣ ਲੱਗੇ ਅਤੇ ਸੱਚ ਪਾਤਸ਼ਾਹ ਜੀ ਅੱਗੋਂ ਫੜ ਕੇ ਅਤੇ ਗਲਵੱਕੜੀ ਵਿੱਚ ਲੈ ਲਿਆ, ਆਸਣ 'ਤੇ ਖੜ੍ਹੇ ਹੋ ਗਏ। ਹੁਕਮ ਕਰਦੇ ਨੇ, ਠਾਕਰੋ ਤੁਹਾਨੂੰ ਬੜੇ ਚਿਰ ਦਾ ਤੁਹਾਡਾ ਇੰਤਜ਼ਾਰ ਕਰ ਰਹੇ ਸੀ, ਤੁਸੀਂ ਹੁਣ ਆਏ ਹੋ, ਮੈਂ ਤਾਂ ਤੁਹਾਡੇ ਇੰਤਜ਼ਾਰ ਕਰਕੇ ਬੈਠਾ ਸੀ। ਇਸ ਟਾਈਮ ਸਤਿਗੁਰੂ ਰਾਮ ਸਿੰਘ ਜੀ ਦੀ ਦੇਹ ਕਰਕੇ 25 ਸਾਲ ਦੀ ਉਮਰ ਸੀ ਜਦੋਂ ਗੁਰੂ ਬਾਲਕ ਸਿੰਘ ਜੀ ਨੂੰ ਮਿਲੇ ਨੇ ਹਜ਼ਰੋਂ ਸਾਹਿਬ ਜਾ ਕੇ। ਸਤਿਗੁਰੂ ਬਾਲਕ ਸਿੰਘ ਜੀ ਬਚਨ ਕਰਦੇ ਨੇ, ਤੁਹਾਨੂੰ ਤਾਂ ਪਹਿਲਾਂ ਤੋਂ ਹੀ ਪਤਾ ਆ, ਤੁਸੀਂ ਤਾਂ ਆਪ ਹੀ ਨਾਮ ਸਰੂਪ ਹੋ, ਪਰ ਇੱਕ ਸਨਾਤਨ ਮਰਜ਼ਾਦਾ ਕਹਿ ਸਕਦੇ ਹਾਂ, ਇੱਕ ਰੀਤ ਵਜੋਂ ਕਹਿ ਸਕਦੇ ਹਾਂ ਕਿ ਗੁਰੂ ਬਾਲਕ ਸਿੰਘ ਜੀ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਭਜਨ ਦਿੱਤਾ। ਭਜਨ ਦੇ ਕੇ ਆਸਣ ਵਿਛਾਇਆ ਗਿਆ, ਆਸਣ 'ਤੇ ਬਿਠਾ ਕੇ ਉਸੇ ਵੇਲੇ ਹੀ ਸੱਚ ਪਾਤਸ਼ਾਹ ਜੀ ਹੁਕਮ ਕੀਤਾ ਵੀ ਨਾਰੀਅਲ 5 ਪੈਸੇ ਥਾਲੀ ਮੰਗਾ ਕੇ ਸਤਿਗੁਰੂ ਰਾਮ ਸਿੰਘ ਦੇ ਅੱਗੇ ਰੱਖ ਕੇ ਅਤੇ ਗੁਰੂ ਬਾਲਕ ਸਿੰਘ ਜੀ ਨੇ ਮੱਥਾ ਟੇਕ ਦਿੱਤਾ। ਸੱਚ ਪਾਤਸ਼ਾਹ ਜੀ ਹੁਕਮ ਕਰਦੇ ਨੇ ਸਿੱਖਾਂ ਨੂੰ, ਕੋਈ ਇਹ ਨਾ ਸੋਚਿਓ ਕਿ ਇਹ ਅੱਜ ਆਏ ਨੇ। ਗੁਰੂ ਸਾਹਿਬ ਸਤਿਗੁਰੂ ਬਾਲਕ ਸਿੰਘ ਜੀ ਹੁਕਮ ਕਰਦੇ ਨੇ, ਮੈਂ ਤਾਂ ਬਹੁਤ ਚਿਰ ਤੋਂ ਇਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ, ਮੈਨੂੰ ਤਾਂ ਇਹਨਾਂ ਨੇ ਗੱਦੀ ਦਿੱਤੀ ਸੀ ਅਤੇ ਹੁਕਮ ਕੀਤਾ ਸੀ, ਬਾਢੀ ਸੁਤ ਭੈਣੀ ਕੋ ਧਾਮਾ, ਵੀ ਜਦੋਂ ਮੈਂ ਉੱਥੇ ਬਾਢੀਆਂ ਤੋਂ ਭਾਵੇਂ ਮਿਸਤਰੀਆਂ ਦੀ ਰਾਮਗੜੀਆਂ ਦੇ ਕੋਲ ਵਿੱਚ ਮੈਂ ਜਦੋਂ ਅਵਤਾਰ ਧਾਰਾਂਗਾ, ਉਦੋਂ ਮੈਂ ਜਦੋਂ ਆਵਾਂਗਾ ਅਤੇ ਉਦੋਂ ਮੈਂ ਤੁਹਾਡੇ ਤੋਂ ਵਾਪਸ ਇਮਾਨਤ ਲੈ ਲਾਂਗਾ। ਮੈਂ ਤਾਂ ਸਿਰਫ ਰਾਖਾ ਸੀ ਇਹਨਾਂ ਦੀ ਦਿੱਤੀ ਹੋਈ ਇਮਾਨਤ ਦਾ, ਅਤੇ ਹੁਣ ਮੈਂ ਅੱਜ ਇਹਨਾਂ ਦੀ ਇਮਾਨਤ ਇਹਨਾਂ ਨੂੰ ਹੀ ਵਾਪਸ ਦੇ ਰਿਹਾ। ਨਾਲ ਬਚਨ ਕਰਦੇ ਨੇ, ਠਾਕਰੋ ਹੁਣ ਛੁਪੇ ਨਾ ਰਵੋ, ਹੁਣ ਤੁਸੀਂ ਨਾਮ ਦਾ ਗੱਫਾ ਵਰਤਾਓ, ਪ੍ਰਗਟ ਹੋਵੋ। ਕਿਉਂਕਿ ਗੁਰੂ ਬਾਲਕ ਸਿੰਘ ਜੀ ਮੈਂ ਅਰਜ਼ ਕੀਤੀ ਨਾ, ਕੋਈ ਯਾਤਰਾ ਨਹੀਂ ਕੀਤੀ, ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਨਹੀਂ ਗਏ। ਜਿਸ ਤਰ੍ਹਾਂ ਰਜਾ ਸੀ ਨਾ, ਗੁਪਤ 11ਵਾਂ ਖੇਲ ਸੀ, ਇਸੇ ਤਰ੍ਹਾਂ ਹੀ ਗੁਰੂ ਬਾਲਕ ਸਿੰਘ ਜੀ ਹਜ਼ਰੋਂ ਸਾਹਿਬ ਵਿੱਚ ਹੀ ਰਹੇ। ਸਤਿਗੁਰੂ ਰਾਮ ਸਿੰਘ ਜੀ ਨੂੰ ਇਸ ਤਰ੍ਹਾਂ ਬਖਸ਼ਿਸ਼ ਕੀਤੀ, ਸੰਗਤ ਵਿੱਚ ਬੜਾ ਸੱਚ ਪਾਤਸ਼ਾਹ ਜੀ ਸਮਝਾਇਆ ਸੰਗਤ ਨੂੰ ਵੀ ਸਤਿਗੁਰੂ ਰਾਮ ਸਿੰਘ ਦੇ ਲੜ ਲਾਇਆ। ਹੁਣ ਲੜ ਲਾਇਆ, ਸਤਿਗੁਰੂ ਰਾਮ ਸਿੰਘ ਜੀ ਵਾਪਸ ਸ਼ਾਮ ਨੂੰ ਆਪਣੀ ਪਲਟਨ ਵਿੱਚ ਆ ਜਾਂਦੇ ਨੇ। ਬਾਬਾ ਜਮੀਤ ਸਿੰਘ ਜੀ ਨੂੰ ਹੁਕਮ ਕਰਦੇ ਨੇ, ਤੁਸੀਂ ਕਦੀ ਵੀ ਇਹ ਨਾ ਸੋਚਿਓ ਕਿ ਅਸੀਂ ਇਹਨਾਂ ਤੋਂ ਪਹਿਲਾਂ ਭਜਨ ਪੁੱਛਿਆ ਸੀ, ਇਹਨਾਂ ਨੇ ਬਾਅਦ ਵਿੱਚ ਪੁੱਛਿਆ ਅਤੇ ਬਾਅਦ ਵਿੱਚ ਪੁੱਛ ਕੇ ਵੀ ਇਹ ਸਾਰਾ ਕੁਝ ਲੈ ਗਏ, ਅਸੀਂ ਤਾਂ ਇਹਨਾਂ ਤੋਂ 2 ਦਿਨ ਪਹਿਲਾਂ ਪੁੱਛਿਆ, 5 ਦਿਨ ਪਹਿਲਾਂ ਪੁੱਛਿਆ। ਇਸ ਕਰਕੇ ਇਹ ਸ਼ੰਕਾ ਨਾ ਲਿਆਇਓ ਮਨ ਵਿੱਚ, ਕਿਉਂਕਿ ਜਦੋਂ ਫੌਜ ਆਉਣ ਲੱਗਦੀ ਸੀ ਉਦੋਂ ਬਾਬਾ ਜਮੀਤ ਸਿੰਘ ਨੇ ਪੁੱਛਿਆ ਸੀ ਵੀ ਸਾਨੂੰ ਕੀ ਹੁਕਮ ਆ, ਅਸੀਂ ਕਿਸ ਤਰ੍ਹਾਂ ਰਹੀਏ, ਤਾਂ ਸੱਚ ਪਾਤਸ਼ਾਹ ਨੇ ਹੁਕਮ ਕੀਤਾ ਸੀਗਾ ਤੁਸੀਂ ਆਪਣੇ ਮਨ ਵਿੱਚ ਇਸ ਤਰ੍ਹਾਂ ਦੇ ਸ਼ੰਕੇ ਨਹੀਂ ਲਿਆਉਣੇ ਕਿ ਇਹਨਾਂ ਨੂੰ ਅੱਜ ਪਹਿਲੇ ਦਿਨ ਹੀ ਦਰਸ਼ਨ ਕੀਤੇ ਅਤੇ ਅੱਜ ਹੀ ਸਾਰਾ ਕੁਝ ਮਿਲ ਗਿਆ, ਮੈਂ ਤਾਂ ਸਿਰਫ ਇਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ, ਇਮਾਨਤ ਇਹਨਾਂ ਦੀ ਇਹਨਾਂ ਨੂੰ ਵਾਪਸ ਦੇਣੀ ਸੀ। ਸਤਿਗੁਰੂ ਰਾਮ ਸਿੰਘ ਜੀ ਦੀ ਜਿਹੜੀ ਦੂਸਰੀ ਪਲਟਨ ਸੀ ਪਸ਼ਾਵਰ ਤੋਂ ਆ ਰਹੀ, ਉਹਦੇ ਕੋਲੋਂ ਉਹ ਜਿਹੜਾ ਧਨ ਪਦਾਰਥ ਸੀ ਉਹ ਲੈ ਕੇ, ਸਰਕਾਰੀ ਮਾਲ ਸੀ ਜਿਹੜਾ ਉਹ ਲੈ ਕੇ ਗੁਰੂ ਸਾਹਿਬ ਵਾਪਸ ਲਾਹੌਰ ਵੱਲ ਨੂੰ ਆ ਜਾਂਦੇ ਨੇ ਆਪਣੀ ਫੌਜ ਵਿੱਚ। ਅਤੇ ਜਿਹੜੀ ਫੌਜ ਸੀ ਪਸ਼ਾਵਰ ਵਾਲੀ, ਉਹਨਾਂ ਨੇ ਆਖਿਆ ਸੀ ਸਤਿਗੁਰੂ ਬਾਲਕ ਸਿੰਘ ਜੀ ਨੂੰ, ਫੌਜ ਨੇ ਆਣ ਕੇ ਅਰਜ਼ ਕੀਤੀ ਕਿ ਸਾਨੂੰ ਤਨਖਾਹਾਂ ਨਹੀਂ ਦੇ ਰਹੀ ਹਕੂਮਤ ਜਿਹੜੀ ਹੈ, ਅਤੇ ਸਾਨੂੰ ਕੀ ਹੁਕਮ ਹੈ
ਗੁਰੂ ਬਾਲਕ ਸਿੰਘ ਜੀ ਹੁਕਮ ਕੀਤਾ ਸੀ ਕਿ ਤੁਹਾਨੂੰ ਤਨਖਾਹਾਂ ਮਿਲ ਜਾਣਗੀਆਂ। ਉਹ ਕਿਉਂਕਿ ਜਿਹੜੀ ਉਹ ਪੇਟੀ ਸੀ, ਪੇਟੀ ਦੇ ਵਿੱਚ ਬੰਦ ਹੁੰਦੇ ਸਨ ਪੈਸੇ, ਮੋਹਰਾਂ ਹੁੰਦੀਆਂ ਸੀ, ਜਿੰਨਾ ਵੀ ਧਨ ਪਦਾਰਥ ਸੀ ਪੇਟੀਆਂ ਵਿੱਚ ਹੁੰਦਾ ਸੀ, ਤਾਲੇ ਲੱਗੇ ਹੁੰਦੇ ਸੀ, ਅਤੇ ਉਹ ਪੇਟੀ ਤੋੜਨ ਲੱਗੀ ਸੀ ਫੌਜ। ਅਤੇ ਜਦੋਂ ਗੁਰੂ ਬਾਲਕ ਸਿੰਘ ਜੀ ਆਕਾਸ਼ਬਾਣੀ 'ਚ ਦੇ ਰਾਹੀਂ ਆਵਾਜ਼ਾਂ ਆਇਆ ਉਹਨੂੰ ਆਕਾਸ਼ ਵਿੱਚੋਂ ਉਹਨਾਂ ਨੂੰ ਵੀ ਤੁਸੀਂ ਅਮਾਨਤ ਵਿੱਚ ਖਿਆਨਤ ਨਾ ਲਿਆਓ, ਭਾਵ ਤੁਸੀਂ ਇਸ ਤਰ੍ਹਾਂ ਨਾ ਕਰੋ, ਤੁਹਾਡੀਆਂ ਤਨਖਾਹਾਂ ਮਿਲ ਜਾਣਗੀਆਂ। ਫਿਰ ਉਹ ਸੱਚਪਾ ਨੂੰ ਅਰਜ਼ ਕਰਦੇ ਨੇ, ਸ਼ਾਮ ਨੂੰ ਉਹਨਾਂ ਨੂੰ ਤਨਖਾਹਾਂ ਮਿਲ ਗਈਆਂ ਸੀ। ਜਿੱਦਣ ਗੁਰੂ ਬਾਲਕ ਸਿੰਘ ਜੀ ਹੁਕਮ ਕੀਤਾ ਤੁਹਾਨੂੰ ਮਿਲ ਜਾਣਗੀਆਂ, ਤਨਖਾਹਾਂ ਮਿਲ ਗਈਆਂ, ਸਾਰੇ ਖੁਸ਼ ਹੋਏ। ਫਿਰ ਉਹ ਗੁਰੂ ਬਾਲਕ ਸਿੰਘ ਜੀ ਕੋਲ ਆਏ, ਆਣ ਕੇ ਅਰਜ਼ ਕਰਦੇ ਨੇ, ਜੀ ਤੁਹਾਡੀ ਹੁਕਮ ਨਾਲ ਸਾਨੂੰ ਤਾਂ ਤਨਖਾਹਾਂ ਮਿਲੀਆਂ ਨੇ, ਅਸੀਂ ਤਾਂ ਉਹ ਪੇਟੀ ਨੂੰ ਭੰਨਣ ਲੱਗੇ ਸੀ, ਤੁਸੀਂ ਸਾਨੂੰ ਬਚਾ ਲਿਆ, ਨਹੀਂ ਤਾਂ ਅਸੀਂ ਤਾਂ ਇਹ ਪਾਪ ਕਰ ਦੇਣਾ ਸੀ, ਚੋਰੀ ਕਰ ਲੈਣੀ ਸੀ। ਅਤੇ ਅਸੀਂ ਆਪ ਜੀ ਦੇ ਚਰਨਾਂ ਵਿੱਚ ਦਸਵੰਧ ਕਹਿ ਸਕਦੇ ਹਾਂ ਜਾਂ ਕੁਝ ਤੁਛ ਮਾਤਰ ਭੇਂਟ ਲੈ ਕੇ ਆਏ ਹਾਂ। ਗੁਰੂ ਬਾਲਕ ਸਿੰਘ ਜੀ ਮਨਾ ਕਰ ਦਿੱਤਾ। ਗੁਰੂ ਬਾਲਕ ਸਿੰਘ ਜੀ ਮਨਾ ਕਰ ਦਿੱਤਾ ਵੀ ਅਸੀਂ ਨਹੀਂ ਲੈਣਾ, ਤੁਸੀਂ ਅੱਗੇ ਹੀ ਬਹੁਤ ਇਸ ਤਰ੍ਹਾਂ ਘਰੋਂ ਬਾਹਰ ਰਹਿ ਕੇ ਮਿਹਨਤ ਕਰਦੇ ਹੋ, ਇਹ ਆਪਣੇ ਬਾਲ ਬੱਚਿਆਂ ਨੂੰ ਦਿਓ ਜਾ ਕੇ। ਫੌਜ ਵਾਪਸ ਚਲੀ ਜਾਂਦੀ ਹੈ, ਨਾਲ ਪਿੱਛੋਂ ਸੁਨੇਹਾ ਆ ਜਾਂਦਾ ਕਿ ਫਲਾਣੇ ਕਿਲੇ 'ਤੇ ਜਾ ਕੇ ਤੁਸੀਂ ਹਮਲਾ ਕਰੋ। ਫੌਜ ਜਾ ਕੇ ਉਸ ਕਿਲੇ 'ਤੇ ਹਮਲਾ ਕਰਦੀ, ਫੌਜ ਜਿੱਤ ਜਾਂਦੀ ਹੈ। ਜਦੋਂ ਫੌਜ ਜਿੱਤ ਜਾਂਦੀ ਹੈ, ਅੰਗਰੇਜ਼ ਅਫਸਰ ਜਿਹੜਾ ਸੀ ਉਹ ਆਣ ਕੇ ਫੌਜ ਨੂੰ ਕਹਿੰਦਾ ਹੈ ਕਿ ਤੁਸੀਂ ਆਪਣੀ ਫੌਜ ਜਿੱਤਣ ਤੋਂ ਬਾਅਦ ਕਿ ਤੁਸੀਂ ਇੱਥੋਂ ਮੂਵ ਹੋ ਜਾਓ, ਇੱਥੋਂ ਚਲੇ ਜਾਵੋ ਛੇਤੀ ਨਾਲ ਕਿਸੇ ਉੱਚੀ ਥਾਂ 'ਤੇ, ਕਿਉਂਕਿ ਪਿੱਛੇ ਗੀਟੀ ਫਸ ਗਈ। ਗੀਟੀ ਫਸਣ ਤੋਂ ਭਾਵ ਸੀਗਾ ਵੀ ਜਿਹੜਾ ਦਰਿਆ ਸੀ, ਦਰਿਆ ਦੇ ਵਿੱਚ ਕੋਈ ਪੱਥਰ ਕਹਿ ਸਕਦੇ ਹਾਂ, ਕੋਈ ਵੱਡੀ ਚੀਜ਼ ਕਹਿ ਸਕਦੇ ਹਾਂ, ਉਹ ਫਸ ਗਈ ਹੈ। ਉਹਦੇ ਪਿਛਲੇ ਬੰਨੇ ਪਾਣੀ ਬਹੁਤ ਇਕੱਠਾ ਹੋ ਗਿਆ। ਹੁਣ ਪਾਣੀ ਜਦੋਂ ਉੱਥੋਂ ਉੱਪਰੋਂ ਆਏਗਾ ਜਾਂ ਗੀਟੀ ਨਿਕਲ ਜਾਏਗੀ ਅਤੇ ਉਹਨੇ ਇੱਕ ਫਲੱਡ ਬਣ ਕੇ ਆਉਣਾ ਹੈ। ਇੱਥੇ ਬਹੁਤ ਫਲੱਡ ਆ ਜਾਏਗਾ, ਨੀਵੀਂ ਥਾਂ 'ਤੇ ਨਾ ਰਵੇ ਫੌਜ, ਸਾਰੀ ਦਵਾ ਦਾ ਪਹਾੜੀ ਦੇ ਉੱਪਰ ਚੜ੍ਹ ਜਾਓ। ਉਹ ਇਸੇ ਤਰ੍ਹਾਂ ਹੀ ਹੋਇਆ ਕਿ ਉਹ ਪਾਣੀ ਇੰਨਾ ਤੇਜ਼ ਆਇਆ ਫਲੱਡ ਬਣ ਕੇ, ਅਤੇ ਉਹ ਜਿੰਨੀ ਫੌਜ ਸੀ ਸਾਰਾ ਸਮਾਨ ਰੁੜ ਗਿਆ ਫੌਜ ਦਾ, ਅਤੇ ਪਹਾੜੀ ਦੇ ਉੱਪਰ ਖੜੀ ਹੈ ਫੌਜ, ਅਤੇ ਉਹਨਾਂ ਦੇ ਨੱਕ ਤੋਂ ਉੱਤੇ ਪਾਣੀ ਡੋਬੂ ਹੋ ਗਿਆ ਉਹਨਾਂ ਨੂੰ। ਉਦੋਂ ਫਿਰ ਅਰਜ਼ ਕਰਦੇ ਨੇ, ਹੇ ਬਾਲਕ ਸਿੰਘ ਜੀ, ਸਤਿਗੁਰੂ ਬਾਲਕ ਸਿੰਘ ਜੀ ਕਿਰਪਾ ਕਰੋ ਅਤੇ ਸਾਨੂੰ ਬਚਾਓ, ਨਹੀਂ ਤਾਂ ਅਸੀਂ ਅੱਜ ਮਰ ਗਏ। ਹਾਲੇ ਉਹ ਐਵੇਂ ਸੋਚਦੇ ਨੇ, ਅਰਦਾਸ ਕਰਦੇ ਹੀ ਨੇ, ਉਸੇ ਵੇਲੇ ਹੀ ਪਾਣੀ ਜਿਹੜਾ ਸੀ ਉਹ ਨੱਕ ਤੋਂ ਥੱਲੇ ਆ ਗਿਆ, ਅਤੇ ਉੱਥੇ ਆਵਾਜ਼ਾਂ ਹੋਇਆ ਵੀ ਕੋਈ ਗੱਲ ਨਹੀਂ, ਕਿਸੇ ਨੂੰ ਕੁਝ ਨਹੀਂ ਹੋਣ ਦਿੰਦੇ। ਉਹ ਐਸੀ ਕਿਰਪਾ ਹੋਈ ਕਿ ਵਹਿੰਦਿਆਂ ਵਹਿੰਦਿਆਂ ਸਾਰਾ ਹੀ ਪਾਣੀ ਪਹਾੜੀ ਤੋਂ ਥੱਲੇ ਉਤਰ ਆਇਆ। ਫਿਰ ਉਹ ਫੌਜ ਜਿਹੜੀ ਸੀ ਉਹ ਆਣ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਲੱਗੀ, ਮੱਥਾ ਟੇਕ ਕੇ ਖੁਸ਼ੀਆਂ ਲੈ ਕੇ ਉਹ ਵਾਪਸ ਚਲੇ ਗਈ। ਸਤਿਗੁਰੂ ਰਾਮ ਸਿੰਘ ਜੀ ਸ੍ਰੀ ਭੈਣੀ ਸਾਹਿਬ ਆ ਜਾਂਦੇ ਨੇ, ਉਹ ਇੱਥੇ ਆਣ ਕੇ ਬੜਾ ਭਜਨ ਬੰਦਗੀ ਕਰਦੇ ਨੇ। ਫਿਰ ਸਤਿਗੁਰੂ ਰਾਮ ਸਿੰਘ ਜੀ ਦੂਸਰੀ ਵਾਰ ਹਜਰੋਂ ਸਾਹਿਬ ਜਾਂਦੇ ਨੇ 1800। ਜਦੋਂ ਸਤਿਗੁਰੂ ਰਾਮ ਸਿੰਘ ਜੀ ਸਤਿਗੁਰੂ ਬਾਲਕ ਸਿੰਘ ਜੀ ਨੂੰ ਮਿਲਦੇ ਨੇ ਨਾ, ਇੱਥੇ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਬੜਾ ਸੁੰਦਰ ਲਿਖਦੇ ਨੇ। ਇੱਕ ਉਹ ਲਿਖਦੇ ਨੇ, ਬਾਲਕ ਮ੍ਰਿਗੇਸ਼ ਕਾ ਵਿਸ਼ੇਸ਼ ਯਸ ਸੁਣ ਸੋਊ, ਕੋਕਲ ਬਤਕ ਸੁਤ ਸਮ ਹੁਲਸਾਏ ਕੈ, ਪੁੰਨ ਪੰਨਿਆ ਪੁੰਜ ਜਾਗਿਓ ਰਗਨ, ਮੈਂ ਖੂਬ ਰਾਂਗਿਓ, ਬੜ ਭਾਗੀ ਪ੍ਰੇਮ ਜਾਗਿਓ, ਗਹੇ ਜਗ ਪਾਏ ਕੈ, ਪੇਖ ਅਧਿਕਾਰੀ ਈਸ ਅੰਸ ਅਵਤਾਰੀ, ਤਬ ਬਾਲਕ ਮਿਰਗਾਰੀ ਦਿਓ ਨਾਮ ਮੁਦ ਧਾਇਕ ਹੈ। ਇਸ ਤਰ੍ਹਾਂ ਸੱਚ ਪਾਤਸ਼ਾਹ ਜੀ ਬੜੀ ਬਖਸ਼ਿਸ਼ ਕਰਦੇ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ, ਕਿਉਂਕਿ ਇਹ ਇਤਿਹਾਸ ਵਿੱਚ ਗਿਆਨੀ ਗਿਆਨ ਸਿੰਘ ਜੀ ਬਹੁਤ ਡਿਟੇਲ ਦੇ ਵਿੱਚ ਲਿਖਦੇ ਨੇ, ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਸਤਿਗੁਰੂ ਬਾਲਕ ਸਿੰਘ ਜੀ ਦਾ, ਅਤੇ ਸਤਿਗੁਰੂ ਬਾਲਕ ਸਿੰਘ ਜੀ ਤੋਂ ਬਾਅਦ ਸਤਿਗੁਰੂ ਰਾਮ ਸਿੰਘ ਜੀ ਦਾ ਕਿਸ ਤਰ੍ਹਾਂ ਆਪਸ ਵਿੱਚ ਮੇਲ ਹੁੰਦਾ ਹੈ। 1860 ਨੂੰ ਸਤਿਗੁਰੂ ਰਾਮ ਸਿੰਘ ਜੀ ਦੂਸਰੀ ਵਾਰ ਦਰਸ਼ਨ ਕਰਨ ਜਾਂਦੇ ਨੇ ਸਤਿਗੁਰੂ ਬਾਲਕ ਸਿੰਘ ਜੀ ਦਾ। ਮਨ ਵਿੱਚ ਬੜਾ ਚਾਅ ਹੁੰਦਾ ਕਿ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਕਿ ਦੁਬਾਰਾ ਚੱਲੀਏ ਸਤਿਗੁਰੂ ਬਾਲਕ ਸਿੰਘ ਦਰਸ਼ਨ ਕਰਨ। 20 ਸਾਲਾਂ ਦੇ ਬਾਅਦ 19 ਸਾਲਾਂ ਬਾਅਦ ਸਤਿਗੁਰੂ ਰਾਮ ਸਿੰਘ ਜੀ ਦੁਬਾਰਾ ਫਿਰ ਸੰਗਤ ਲੈ ਕੇ ਦਰਸ਼ਨ ਕਰਨ ਆਉਂਦੇ ਨੇ। ਜਦੋਂ ਸੱਚ ਪਾਤਸ਼ਾਹ ਜੀ ਦਾ ਆਸਣ ਲੱਗਾ ਹੁੰਦਾ ਗੁਰੂ ਬਾਲਕ ਸਿੰਘ ਜੀ ਦਾ, ਸਤਿਗੁਰੂ ਰਾਮ ਸਿੰਘ ਜੀ ਸੰਗਤਾਂ ਦੇ ਨਾਲ ਆਣ ਕੇ ਦਰਸ਼ਨ ਕਰਦੇ ਨੇ, ਅਤੇ ਉਹ ਮੱਥਾ ਟੇਕਣ ਲੱਗਦੇ ਨੇ ਜਦੋਂ ਸਤਿਗੁਰੂ ਰਾਮ ਸਿੰਘ ਜੀ ਸਤਿਗੁਰੂ ਬਾਲਕ ਸਿੰਘ ਜੀ ਨੂੰ ਆਣ ਕੇ। ਉਸੇ ਵੇਲੇ ਸਤਿਗੁਰੂ ਬਾਲਕ ਸਿੰਘ ਜੀ ਆਪਣੇ ਆਸਣ ਤੋਂ ਦਵਾ ਦਵ ਉੱਠ ਕੇ ਫੜ ਕੇ ਉਹਨਾਂ ਨੂੰ ਆਪਣੇ ਨਾਲ ਆਸਣ 'ਤੇ ਬਿਠਾ ਲੈਂਦੇ ਨੇ। ਇੱਕ ਦਿਨ ਮੈਨੂੰ ਨਾ ਇੱਕ ਬਚਨ ਯਾਦ ਆ ਗਿਆ, ਸੱਚ ਪਾਤਸ਼ਾਹ ਜੀ ਸਤਿਗੁਰੂ ਪ੍ਰਤਾਪ ਸਿੰਘ ਜੀ ਹੁਕਮ ਕੀਤਾ ਭਾਈ ਵਜ਼ੀਰ ਜੀ ਨੂੰ ਕਿ ਮੈਂ, ਭਾਈ ਵਜ਼ੀਰ ਸਿੰਘ ਜੀ ਨੂੰ, ਲਾਂਗਰੀ ਸਨ ਸੱਚ ਪਾਤਸ਼ਾਹ ਜੀ ਦੇ, ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਮੈਂ ਨਾ ਅੰਮ੍ਰਿਤਸਰ ਕਿਸੇ ਮੇਲੇ 'ਤੇ ਜਾਣਾ ਸੀ। ਸੱਚ ਪਾਤਸ਼ਾਹ ਜੀ ਹੁਕਮ ਕਰਦੇ, ਸਤਿਗੁਰੂ ਪ੍ਰਤਾਪ ਸਿੰਘ ਜੀ ਮੇਰੇ ਕੋਲ ਸਮਾਂ ਨਹੀਂ, ਮੈਂ ਜਾ ਨਹੀਂ ਸਕਦਾ,
ਤੇ ਇਸ ਕਰਕੇ ਤੁਸੀਂ ਐਵੇਂ ਕਰੋ ਵੀ ਮੇਰੀ ਥਾਂ 'ਤੇ ਵੱਡੇ ਕਾਕੇ ਨੂੰ ਲੈ ਜਾਓ, ਇਹ ਚਲੇ ਜਾਵੇ। ਉੱਥੇ ਜਾਣਾ ਵੀ ਜ਼ਰੂਰੀ ਸੀਗਾ ਮੇਲੇ 'ਤੇ। ਅਤੇ ਭਾਈ ਜੀ ਅਰਜ਼ ਕਰਦੇ ਨੇ ਜੀ ਸਤਬਚਨ ਜੀ ਲੈ ਜਾਂਦੇ ਆ। ਸੱਚ ਪਾਤਸ਼ਾਹ ਜੀ ਹੁਕਮ ਕਰਤਾ ਮੇਰਾ ਆਸਣ ਵੀ ਲੈ ਜਾਓ ਅਤੇ ਮੇਰੀ ਚੌਰ ਵੀ ਨਾਲ ਲੈ ਜਾਓ, ਗੜਵੀ ਵੀ ਲੈ ਜਾਓ। ਸਾਰਾ ਕੁਝ ਦੇ ਕੇ ਭਾਈ ਜੀ ਨੂੰ ਸਤਿਗੁਰੂ ਪਾਤਸ਼ਾਹ ਜੀ, ਸਤਿਗੁਰੂ ਜਗਜੀਤ ਸਿੰਘ ਜੀ ਨੂੰ ਉਸ ਟਾਈਮ ਬੇਅੰਤ ਜੀ ਦੇ ਰੂਪ ਵਿੱਚ ਸਨ, ਅਤੇ ਲੈ ਕੇ ਆ ਗਏ। ਹੁਣ ਮੇਲਾ ਚੱਲਦਾ ਪਿਆ, ਆਸਣ 'ਤੇ ਸਤਿਗੁਰੂ ਜਗਜੀਤ ਸਿੰਘ ਜੀ ਬਿਰਾਜਮਾਨ ਨੇ, ਸਤਿਗੁਰੂ ਪ੍ਰਤਾਪ ਸਿੰਘ ਦੇ ਹੁੰਦਿਆਂ। ਚੌਰ ਵੀ ਹੋ ਰਹੀ ਹੈ, ਗੜਵੀ ਕੋਲ ਪਈ ਹੈ। ਇਸ ਤਰ੍ਹਾਂ ਦਾ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਸਮਾਂ ਲੱਗ ਗਿਆ, ਉਹ ਵੀ ਮੇਲੇ 'ਚ ਆ ਗਏ। ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਉਸ ਮੇਲੇ ਵਿੱਚ ਆਏ, ਸਤਿਗੁਰੂ ਜਗਜੀਤ ਸਿੰਘ ਜੀ ਆਸਣ ਤੋਂ ਉੱਠ ਕੇ ਸਾਈਡ 'ਤੇ ਹੋ ਗਏ, ਸਤਿਗੁਰੂ ਪ੍ਰਤਾਪ ਸਿੰਘ ਜੀ ਉਸ ਆਸਣ 'ਤੇ ਬਿਰਾਜਮਾਨ ਹੋ ਗਏ। ਇਸ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਦੇ ਸਮੇਂ ਹੋਇਆ ਵੀ ਸੀ। ਉਸੇ ਤਰ੍ਹਾਂ ਹੀ ਸਤਿਗੁਰੂ ਬਾਲਕ ਸਿੰਘ ਜੀ ਉੱਠ ਕੇ ਆਸਣ ਇੱਕ ਹੋਰ ਵਿਛਾ ਲਿਆ, ਉਹ 'ਤੇ ਹੋ ਗਏ, ਅਤੇ ਸਤਿਗੁਰੂ ਰਾਮ ਸਿੰਘ ਜੀ ਨੂੰ ਉਸ ਆਸਣ 'ਤੇ ਬਿਠਾ ਦਿੱਤਾ। ਸੱਚ ਪਾਤਸ਼ਾਹ ਜੀ ਉੱਥੇ ਰਹਿੰਦੇ ਨੇ, ਸੰਗਤਾਂ ਲੰਗਰ ਕਰਦੀਆਂ। ਕਿਉਂਕਿ ਜਦੋਂ ਸਤਿਗੁਰੂ ਰਾਮ ਸਿੰਘ ਜੀ ਹੁਣ ਆਏ ਨੇ ਦੂਸਰੀ ਵਾਰੀ, ਸਤਿਗੁਰੂ ਰਾਮ ਸਿੰਘ ਜੀ ਨੇ ਸੋਧ ਮਰਜ਼ਾਦਾ ਭਾਈ ਰਾਏ ਸਿੰਘ ਜੀ ਨੇ ਲਿਆ ਕੇ ਲੈ ਆਂਦੀ ਸੀ ਹਜ਼ੂਰ ਸਾਹਿਬ ਤੋਂ, ਉਹ ਮਰਜ਼ਾਦਾ ਰੱਖ ਲਈ ਸੀ। ਹਜ਼ਰੋਂ ਸਾਹਿਬ ਦੀ ਇੱਕ ਬੀਬੀ ਸੀ, ਉਸ ਬੀਬੀ ਨੂੰ ਨਹੀਂ ਸੀ ਪਤਾ ਕਿ ਇਹ ਕਿਸ ਤਰ੍ਹਾਂ ਦੀ ਮਰਜ਼ਾਦਾ ਇਹਨਾਂ ਦੀ। ਉਹ ਦਵਾ ਦਵ ਉੱਠੀ, ਉਹਨੂੰ ਪਿਆਸ ਲੱਗੀ ਸੀ, ਉਹਨੇ ਜਾ ਕੇ ਸੋਧ ਦੇ ਲੰਗਰ 'ਚੋਂ ਪਾਣੀ ਦਾ ਇੱਕ ਜੱਗ ਭਰ ਲਿਆ, ਕੱਪ ਭਰ ਲਿਆ, ਅਤੇ ਲਾਂਗਰੀ ਬੜਾ ਗੁੱਸੇ 'ਚ ਆਇਆ ਵੀ ਤੂੰ ਸਾਰਾ ਲੰਗਰ ਖੁੱਲ੍ਹਾ ਕਰ ਦਿੱਤਾ ਹੈ। ਉੱਧਰੋਂ ਸਤਿਗੁਰੂ ਰਾਮ ਸਿੰਘ ਜੀ ਆ ਗਏ, ਸੱਚ ਪਾਤਸ਼ਾਹ ਨੂੰ ਅਰਜ਼ ਕੀਤੀ ਲਾਂਗਰੀ ਨੇ, ਅਤੇ ਕਿ ਇਹਨੇ ਸਾਰਾ ਲੰਗਰ ਖੁੱਲ੍ਹਾ ਕਰ ਦਿੱਤਾ ਮੇਰਾ, ਸਾਡਾ ਸਾਰਾ ਲੰਗਰ ਖੁੱਲ੍ਹਾ ਕਰ ਦਿੱਤਾ। ਸਤਿਗੁਰੂ ਰਾਮ ਸਿੰਘ ਜੀ ਕੋਈ ਬਚਨ ਤਾਂ ਨਾ ਕੀਤਾ, ਪਰ ਸੱਚ ਪਾਤਸ਼ਾਹ ਜੀ ਇੱਕਦਮ ਚੁੱਪ ਕਰ ਗਏ, ਕੋਈ ਬਚਨ ਨਾ ਕੀਤਾ ਵੀ ਕੋਈ ਗੱਲ ਨਹੀਂ ਜੀ ਖੁੱਲ੍ਹਾ ਹੋ ਗਿਆ। ਪਰ ਉਹ ਬੀਬੀ ਜਿਹੜੀ ਸੀ ਉਹ ਇੰਨਾ ਡਰ ਗਈ, ਉਹ ਇਸ ਗੱਲੋਂ ਕਿ ਮੇਰੇ 'ਤੇ ਗੁਰੂ ਸਾਹਿਬ ਨਾਰਾਜ਼ ਹੋ ਗਏ ਨੇ। ਉਹ ਆਣ ਕੇ ਸਤਿਗੁਰੂ ਬਾਲਕ ਸਿੰਘ ਜੀ ਨੂੰ ਅਰਜ਼ ਕਰਦੀ ਏ, ਗਰੀਬ ਨਿਵਾਜ ਜੀ ਕਿਰਪਾ ਕਰੋ, ਸਤਿਗੁਰੂ ਰਾਮ ਸਿੰਘ ਜੀ ਮੇਰੇ 'ਤੇ ਨਾਰਾਜ਼ ਹੋ ਗਏ ਨੇ, ਉਹਨਾਂ ਨੇ ਤਾਂ ਕੋਈ ਬਚਨ ਹੀ ਨਹੀਂ ਕੀਤਾ, ਅਤੇ ਤੁਸੀਂ ਮੈਨੂੰ ਬਖਸ਼ਾਓ ਉਹਨਾਂ ਕੋਲੋਂ, ਮੇਰੇ ਤੋਂ ਗਲਤੀ ਨਾਲ ਇੱਦਾਂ ਮੈਂ ਲੰਗਰ 'ਚ ਜਾ ਕੇ ਹੱਥ ਲਾ ਦਿੱਤਾ। ਅਤੇ ਸਤਿਗੁਰੂ ਰਾਮ ਸਿੰਘ ਜੀ ਅਗਲੇ ਦਿਨ ਜਦੋਂ ਵਾਪਸ ਫਿਰ ਆਏ, ਸੱਚ ਪਾਤਸ਼ਾਹ ਨੂੰ ਮਿਲੇ ਆਣ ਕੇ, ਅਤੇ ਸਤਿਗੁਰੂ ਬਾਲਕ ਸਿੰਘ ਜੀ ਨੇ ਉਸ ਬੀਬੀ ਦੀ ਗੱਲ ਛੇੜ ਲਈ। ਸਤਿਗੁਰੂ ਬਾਲਕ ਸਿੰਘ ਜੀ ਹੁਕਮ ਕਰਦੇ ਨੇ, ਉਹ ਬੀਬੀ ਤੋਂ ਕੱਲ੍ਹ ਲੰਗਰ ਖੁੱਲ੍ਹਾ ਹੋ ਗਿਆ ਸੀ, ਅਤੇ ਤੁਸੀਂ ਉੱਤੇ ਹੁਣ ਨਾਰਾਜ਼ ਨਾ ਹੋਵੋ, ਕਿਰਪਾ ਕਰੋ ਉਹਨੂੰ ਬਖਸ਼ ਦੇਵੋ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕਰਦੇ, ਨਹੀਂ ਮੈਂ ਤਾਂ ਬੀਬੀ 'ਤੇ ਨਾਰਾਜ਼ ਨਹੀਂ ਹੈਗਾ, ਮੇਰੇ ਮਨ 'ਚ ਕੋਈ ਐਵੇਂ ਦੀ ਗੱਲ ਨਹੀਂ। ਅਤੇ ਚਲੋ ਇੰਨਾ ਬਚਨ ਕੀਤਾ, ਸਾਰੀ ਗੱਲ ਠੀਕ ਹੋ ਗਈ। ਸਤਿਗੁਰੂ ਰਾਮ ਸਿੰਘ ਜੀ ਰਾਤ ਦਾ ਸਮਾਂ ਹੋਇਆ, ਵਾਪਸ ਸਤਿਗੁਰੂ ਬਾਲਕ ਸਿੰਘ ਦੇ ਡੇਰੇ ਤੋਂ ਵਾਪਸ ਆਪਣੇ ਡੇਰੇ ਆ ਗਏ। ਜਦੋਂ ਵਾਪਸ ਡੇਰੇ ਆ ਗਏ, ਅਤੇ ਮਗਰੋਂ ਉਹ ਸੰਗਤ ਅਤੇ ਉਹ ਬੀਬੀ ਪੁੱਛਦੀ ਏ ਕਿ ਪਾਤਸ਼ਾਹ ਇਹਨਾਂ ਤੋਂ ਸਾਰੇ ਡਰਦੇ ਹੀ ਕਿਉਂ ਨੇ ਹੈਂ? ਗੁਰੂ ਬਾਲਕ ਸਿੰਘ ਜੀ ਬਚਨ ਕੀਤਾ, ਇਹਨਾਂ ਤੋਂ ਤਾਂ ਮੈਂ ਵੀ ਡਰਦਾ ਵਾਂ, ਇਹਨਾਂ ਤੋਂ ਸਾਰਾ ਸੰਸਾਰ ਡਰਦਾ ਆ, ਇਹਨਾਂ ਤੋਂ ਅਤੇ ਯਮ ਡਰਦੇ ਨੇ, ਸਾਰਾ ਕੁਝ ਡਰਦਾ ਇਹਨਾਂ ਤੋਂ। ਇਸ ਕਰਕੇ ਸਤਿਗੁਰੂ ਰਾਮ ਸਿੰਘ ਜੀ ਸਾਹਮਣੇ ਕੋਈ ਵੀ ਇਸ ਤਰ੍ਹਾਂ ਦਾ ਬਚਨ ਨਹੀਂ ਕਰਨਾ। ਅਤੇ ਨਾਲ ਗੁਰੂ ਬਾਲਕ ਸਿੰਘ ਜੀ ਹੁਕਮ ਕੀਤਾ ਕਿ ਅਸੀਂ ਜਿਸ ਤਰ੍ਹਾਂ ਦੇ ਵੀ ਹੈਗੇ ਆ ਨਾ, ਸਾਨੂੰ ਇਸ ਤਰ੍ਹਾਂ ਹੀ ਰੱਖਿਓ, ਜਿਹੜੀ ਤੁਹਾਡੀ ਮਰਜ਼ਾਦਾ ਹੈ ਉਹ ਤੁਸੀਂ ਆਪਣੀ ਇਸ ਉਹ ਤੋਂ ਬਾਹਰ ਰੱਖ ਕੇ ਆਇਆ ਕਰੋ। ਨਾਲ ਇੱਕ ਬਚਨ ਕਰਤਾ ਵੀ ਸਾਡੇ ਪਿੰਡ ਤੋਂ ਥੋੜ੍ਹੀ ਜਿਹੀ ਪਰੇ ਰੱਖ ਕੇ ਆਇਆ ਕਰੋ, ਇੱਥੇ ਨਾ ਲੈ ਕੇ ਆਇਆ ਕਰੋ, ਇੱਥੇ ਅਸੀਂ ਜਿਸ ਤਰ੍ਹਾਂ ਦੀਆਂ ਸਾਨੂੰ ਇਸ ਤਰ੍ਹਾਂ ਪ੍ਰਮਾਣ ਕਰ ਲਓ, ਆਪਣੀ ਮਰਜ਼ਾਦਾ ਤੁਸੀਂ ਆਪਣੇ ਇਲਾਕੇ 'ਚ ਫਿਰ ਦੁਬਾਰਾ ਰੱਖ ਲਿਆ ਕਰੋ। ਸਤਿਗੁਰੂ ਬਾਲਕ ਸਿੰਘ ਜੀ ਸਮੇਂ ਜਿਵੇਂ ਆਪਾਂ ਸੁਣਦੇ ਹਾਂ ਪਿੱਛੇ ਇਤਿਹਾਸਾਂ ਵਿੱਚ ਹੁੰਦਾ ਹੈ, ਬਾਲਮੀਕ ਜੀ ਹੋਏ ਨੇ। ਬਾਲਮੀਕ ਜੀ ਦਾ ਇਸ ਤਰ੍ਹਾਂ ਦਾ ਇਤਿਹਾਸ ਹੁੰਦਾ ਕਿ 10,000 ਸਾਲ ਪਹਿਲਾਂ ਰਮਾਇਣ ਲਿਖ ਦਿੱਤੀ ਉਹਨਾਂ ਨੇ। ਸਤਿਗੁਰੂ ਬਾਲਕ ਸਿੰਘ ਜੀ ਵੇਲੇ ਇੱਕ ਭਾਈ ਬੈਂਕਾ ਜੀ ਹੋਏ ਨੇ, ਉਹ ਸੱਚ ਪਾਤਸ਼ਾਹ ਜੀ ਦੇ ਕੋਲੋਂ ਜਦੋਂ ਉਹਨਾਂ ਨੇ ਭਜਨ ਪੁੱਛਿਆ, ਅਤੇ ਮਨ ਇੰਨਾ ਭਰ ਗਿਆ ਉਹਨਾਂ ਦਾ, ਲਬਾ ਲੱਭ ਕਰਨ ਲੱਗ ਗਏ। ਜਦੋਂ ਭਾਂਡਾ ਪੂਰਾ ਭਰ ਜੇ ਨਾ, ਜਿਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਦਾ ਮਨ, ਜਿਹੜੀ ਬਿਰਤੀ ਸੀ ਉਹਨਾਂ ਦੀ ਪੂਰੀ ਭਰ ਗਈ। ਗੁਰੂ ਚਰਨਾਂ ਦੇ ਨਾਲ ਇੰਨੇ ਜੁੜ ਗਏ ਕਿ ਉਹ ਲਬਾ ਲੱਭ ਇਸ ਤਰ੍ਹਾਂ ਦਾ ਹੀ ਕਰਦੇ ਰਹਿੰਦੇ ਸਨ। ਉਹਨਾਂ ਨੇ ਕਈ ਵਾਰ ਕੀ ਕਰਨਾ, ਸੰਗਤ ਬਾਹਰ ਜਾ ਕੇ ਬੈਠਣਾ, ਜਾ ਕੇ 3 ਆਸਣ ਵਿਛਾ ਲੈਣੇ। ਉਹਨਾਂ ਨੇ ਆਖਣਾ, ਆਓ ਸਤਿਗੁਰੂ ਬਾਲਕ ਸਿੰਘ ਜੀ ਤੁਸੀਂ ਬਿਰਾਜਮਾਨ ਹੋ ਜਾਓ, ਆਓ ਸਤਿਗੁਰੂ ਰਾਮ ਸਿੰਘ ਜੀ ਤੁਸੀਂ ਬਿਰਾਜਮਾਨ ਹੋ ਜਾਓ, ਆਓ ਬਾਬਾ ਬੁੱਧ ਸਿੰਘ ਜੀ ਤੁਸੀਂ ਬੈਠ ਜਾਓ ਤੀਸਰੇ ਆਸਣ। ਇਸ ਤਰ੍ਹਾਂ ਬਿਠਾਉਂਦੇ ਹੁੰਦੇ ਸਨ। ਕਈਆਂ ਨੇ ਇਹ ਬਚਨ ਸੁਣਨੇ। ਉਹਨਾਂ ਨੇ ਜਾ ਕੇ ਸਤਿਗੁਰੂ ਬਾਲਕ ਸਿੰਘ ਜੀ ਨੂੰ ਆਖਿਆ ਵੀ ਇਹ ਭਾਈ ਬੈਂਕਾ ਸਿੰਘ ਜੀ, ਬਾਬਾ ਬੈਂਕਾ ਸਿੰਘ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਰਹਿੰਦੇ ਨੇ। ਸੱਚ ਭਾਵ ਕੀਤਾ, ਕੋਈ ਗੱਲ ਨਹੀਂ, ਇਹ ਸਾਧ ਨੇ, ਇਹ ਤਾਂ ਭਵਿੱਖਤ ਵਾਕ ਕਰਦੇ ਨੇ। ਸਤਿਗੁਰੂ ਰਾਮ ਸਿੰਘ ਦੇ ਆਉਣ ਤੋਂ ਪਹਿਲਾਂ ਇਸ ਤਰ੍ਹਾਂ ਬਚਨ ਕਰਦੇ ਰਹੇ ਨੇ ਭਾਈ ਬੈਂਕਾ ਸਿੰਘ ਜੀ, ਬਾਬਾ ਬੈਂਕਾ ਜੀ।
ਅਨੇਕਾਂ ਹੀ ਸਿੱਖ ਸਾਧ ਨੇ। ਸਮਾਂ ਹੋ ਗਿਆ, ਮੈਂ ਇੱਕ ਦੋ ਅਰਜ਼ਾਂ ਕਰਕੇ ਫਿਰ ਆਪਣੀ ਗੱਲ ਨੂੰ ਸਮਾਪਤ ਕਰਦਾ। ਮਾਤਾ ਧੋਤੀ ਜੀ ਜਿਹੜੇ ਸਨ ਸਤਿਗੁਰੂ ਬਾਲਕ ਸਿੰਘ ਜੀ ਦੇ ਸੁਪਤਨੀ ਮਾਤਾ ਜੀ ਘਰੋਂ ਸਨ, ਸੁਪਤਨੀ ਜੀ, ਉਹਨਾਂ ਨੇ ਸਮਾਂ ਆਇਆ ਅਖੀਰਲਾ, ਸਰੀਰ ਢਿੱਲਾ ਹੋ ਗਿਆ, ਉਹਨਾਂ ਨੇ ਆਣ ਕੇ ਅਰਜ਼ ਕੀਤੀ ਕਿ ਮੇਰਾ ਸਰੀਰ ਢਿੱਲਾ ਹੋ ਗਿਆ। ਅਤੇ ਗੁਰੂ ਬਾਲਕ ਸਿੰਘ ਜੀ ਬਚਨ ਕੀਤਾ, ਫਿਰ ਕਰ ਲਈ ਤਿਆਰੀ ਜਾਣ ਦੀ, ਜੇ ਤੂੰ ਆਖੇ ਤਾਂ ਤੈਨੂੰ ਹੁਣੀ ਰੱਖ ਲਈਏ, ਜਿੰਨਾ ਚਿਰ ਤੇਰਾ ਦਿਲ ਕਰਦਾ ਤੈਨੂੰ ਉਨਾ ਚਿਰ ਹੀ ਰੱਖ ਲੈਂਦੇ ਹਾਂ। ਮਾਤਾ ਜੀ ਅਰਜ਼ ਕਰਦੇ, ਨਹੀਂ ਜੀ, ਕਿਰਪਾ ਕਰੋ, ਮੈਨੂੰ ਆਪਣੇ ਹੱਥੀਂ ਤੋਰੋ ਤੁਸੀਂ, ਮੈਂ ਇਸ ਤਰ੍ਹਾਂ ਜਾਣੀ ਚਾਹੁੰਦੀ ਹਾਂ, ਮੈਂ ਹੋਰ ਨਹੀਂ ਜਿਉਣਾ ਚਾਹੁੰਦੀ। ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਠੀਕ ਹੈ, ਜਿਸ ਤਰ੍ਹਾਂ ਤੇਰੀ ਮਰਜ਼ੀ। ਫਿਰ ਉਹਨਾਂ ਦਾ ਸਰੀਰ ਢਿੱਲਾ ਹੋ ਜਾਂਦਾ ਹੈ। 1 ਜਾਂ 2 ਦਿਨਾਂ ਬਾਅਦ ਉਹਨਾਂ ਦਾ ਸਰੀਰ ਸ਼ਾਂਤ ਹੋ ਜਾਂਦਾ ਹੈ। ਮਾਤਾ ਜੀ ਦਾ ਕਿਰਿਆਕਰਮ ਸਤਿਗੁਰੂ ਬਾਲਕ ਸਿੰਘ ਜੀ ਆਪਣੇ ਹੱਥੀਂ ਕਰਵਾਉਂਦੇ ਨੇ ਸੰਗਤ ਤੋਂ। ਜਦੋਂ ਸਰੀਰ ਸ਼ਾਂਤ ਹੋਣ ਲੱਗਦਾ ਹੈ, ਗੁਰੂ ਬਾਲਕ ਸਿੰਘ ਜੀ ਮਾਤਾ ਜੀ ਦੇ ਕੋਲ ਜਾਂਦੇ ਨੇ, ਹੁਕਮ ਕਰਦੇ ਨੇ ਕਿ ਕਿੰਨਾ ਟਾਈਮ ਰਹਿ ਗਿਆ ਜਾਣ ਵਿੱਚ। ਕਹਿੰਦੇ ਜੀ 2 ਘੜੀਆਂ ਰਹਿ ਗਈਆਂ ਨੇ। ਪਾਤਸ਼ਾਹ ਹੁਕਮ ਕਰਦੇ ਨੇ ਸਿੱਖ ਨੂੰ ਕਿ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਪੜ੍ਹਨਾ ਸ਼ੁਰੂ ਕਰ ਦਿੱਤੋ। ਜਦੋਂ ਸੁਖਮਨੀ ਸਾਹਿਬ ਦਾ ਪਾਠ ਪੜ੍ਹਨਾ ਸ਼ੁਰੂ ਕਰ ਦਿੱਤਾ ਅਤੇ ਪਾਤਸ਼ਾਹ ਜੀ ਜਦੋਂ ਪਾਠ ਦੀ ਸਮਾਪਤੀ ਹੋਣ ਲੱਗੀ ਅਤੇ ਕੰਡ 'ਤੇ ਹੱਥ ਮਾਰ ਕੇ ਹੁਕਮ ਕਰਦੇ ਨੇ, ਹੁਣ ਸੱਚਪਾ ਦੇ ਚਰਨਾਂ 'ਚ ਧਿਆਨ ਰੱਖ ਅਤੇ ਹੁਣ ਸਵਾਸ ਤਿਆਗ ਦੇ ਆਪਣੇ। ਇਸ ਤਰ੍ਹਾਂ ਆਪਣੇ ਹੱਥੀਂ, ਜਿਵੇਂ ਉਹਨਾਂ ਆਖਣਾ ਸੀ, ਆਪਣੇ ਹੱਥੀਂ ਤੋਰਿਓ ਮੈਨੂੰ। ਅਖੀਰਲੇ ਟਾਈਮ ਵਿੱਚ ਇਸ ਤਰ੍ਹਾਂ ਸਤਿਗੁਰੂ ਬਾਲਕ ਸਿੰਘ ਜੀ ਕਿਰਪਾ ਕੀਤੀ। ਜਿਹੜੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਮਾਤਾ ਸੀ, ਮਾਤਾ ਜੀ ਭੁਪਿੰਦਰ ਕੌਰ ਜੀ, ਉਹ ਵੀ ਜਦੋਂ ਸਰੀਰ ਸ਼ਾਂਤ ਹੋਣਾ ਸੀ, ਸਤਿਗੁਰੂ ਪ੍ਰਤਾਪ ਸਿੰਘ ਜੀ ਭੈਣੀ ਸਾਹਿਬ ਨਹੀਂ ਸਨ, ਇਹ ਮੰਡੀ ਸ਼ਾਇਦ ਸਰੀਰ ਸ਼ਾਂਤ ਹੋਇਆ ਉਹਨਾਂ ਦਾ, ਖੈਰ ਮੈਨੂੰ ਯਾਦ ਨਹੀਂ। ਮੰਡੀ ਪਹਾੜਾਂ ਵਿੱਚ ਸਨ, ਉਹ ਠੀਕ ਨਹੀਂ ਸਨ, ਫਿਰ ਠੰਡ ਵਾਲੇ ਇਲਾਕੇ 'ਚ ਲੈ ਗਏ ਸਨ ਉਹਨਾਂ ਨੂੰ। ਅਤੇ ਜਦੋਂ ਸਰੀਰ ਸ਼ਾਂਤ ਹੋਣਾ ਸੀ, ਉਹਨਾਂ ਦੇ ਮਨ 'ਚ ਬੜੀ ਇੱਛਾ ਸੀ ਵੀ ਸਤਿਗੁਰੂ ਪ੍ਰਤਾਪ ਸਿੰਘ ਜੀ ਮੇਰੇ ਕੋਲ ਹੋਣ। ਮੈਨੂੰ ਹੁਣ ਪੂਰਾ ਨਹੀਂ ਯਾਦ, ਸ਼ਾਇਦ ਉਹ ਭੈਣੀ ਸਾਹਿਬ ਸਨ, ਸਚਪਾ ਨੀਲੋ ਸਨ, ਉਹ ਭੈਣੀ ਸਾਹਿਬ ਸਨ, ਸਚਪਾ ਨੀਲੋ ਸਨ। ਭੈਣੀ ਸਾਹਿਬ ਕਿੰਨੇ ਦਿਨਾਂ ਤੋਂ ਨਹੀਂ ਸਨ ਆ ਰਹੇ, ਅਤੇ ਸਰੀਰ ਬਿਮਾਰ ਢਿੱਲਾ ਹੁੰਦਾ ਕਾਫੀ ਢਿੱਲਾ ਹੋ ਗਿਆ। ਰਾਤ ਦਾ ਟਾਈਮ ਸੀ, ਪਾਤਸ਼ਾਹ ਜੀ ਰਾਤ ਨੂੰ ਭੇਸ ਬਦਲ ਕੇ ਆਏ। ਜਸ ਜੀਵਨ 'ਚ ਆਪਾਂ ਕਥਾ ਲਾਉਂਦੇ ਹਾਂ, ਆਏਗੀ ਅੱਗੇ ਜਾ ਕੇ ਕਥਾ। ਸਤਿਗੁਰੂ ਪ੍ਰਤਾਪ ਸਿੰਘ ਜੀ ਰਾਤ ਨੂੰ ਚਾਦਰ ਦੀ ਬੁੱਕਲ ਮਾਰ ਕੇ, ਚਿਹਰਾ ਲੁਕੋ ਕੇ, ਅਤੇ ਰਾਤ ਨੂੰ ਆਏ। ਹਨੇਰਾ ਸੀ, ਰਾਤ ਕਿਹੜਾ ਕਿਸੇ ਨੂੰ ਪਤਾ ਲੱਗਣਾ ਸੀ ਕੌਣ ਆਇਆ। ਅਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਤਿਗੁਰੂ ਪ੍ਰਤਾਪ ਸਿੰਘ ਅੰਦਰ ਆਏ, ਅੰਦਰੋਂ ਆਵਾਜ਼ ਆਈ, ਰਾਮ ਕੌਰ ਜੀ। ਰਾਮ ਕੌਰ ਜੀ ਸਨ ਮਾਤਾ ਭੁਪਿੰਦਰ ਕੌਰ ਜੀ ਦੇ ਮਾਤਾ ਜੀ, ਉਹ ਕੋਲ ਸਨ ਉਹਨਾਂ ਦੇ। ਉਹਨਾਂ ਨੇ, ਮਾਤਾ ਜੀ ਨੇ ਆਖਿਆ ਵੀ ਕੌਣ ਆਇਆ? ਉਹ ਕਹਿੰਦੇ ਨੇ ਸਚਪਾ ਦਾ ਨਾਂ ਲੈ ਕੇ ਵੀ ਸੱਚ ਪਾਤਸ਼ਾਹ ਜੀ ਆਏ ਨੇ। ਅਤੇ ਮਾਤਾ ਭੁਪਿੰਦਰ ਕੌਰ ਜੀ, ਇੰਨਾ ਸ਼ਾਂਤ ਸੁਭਾਅ ਸੀ ਉਹਨਾਂ ਦਾ। ਇੱਕ ਦਿਨ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਪੁੱਛਿਆ ਕਿ ਤੁਹਾਨੂੰ ਯਾਦ ਆ ਉਹ ਕਿਸ ਤਰ੍ਹਾਂ ਦੇ ਨੇ? ਸਚਪਾ ਕੀਤਾ, ਨਹੀਂ ਮੈਨੂੰ ਯਾਦ ਨਹੀਂ, ਪਰ ਜਿਹੜਾ ਸਚਪਾ ਬਚਨ ਕੀਤਾ ਸੀ ਨਾ ਵੀ ਉਹਦੇ ਵਰਗੀ ਕੋਈ ਹੋਰ ਹੈਗੀ ਹੈ ਤਾਂ ਲਿਆਓ, ਬਸ ਮੈਨੂੰ ਇੰਨਾ ਹੀ ਯਾਦ ਆ ਵੀ ਉਹਨਾਂ ਵਰਗਾ ਵਾਕਈ ਸੰਸਾਰ 'ਤੇ ਕੋਈ ਨਹੀਂ ਸੀ ਹੋ ਸਕਦਾ, ਮਾਤਾ ਭੁਪਿੰਦਰ ਕੌਰ ਜੀ ਵਰਗਾ। ਸੱਚ ਪਾਤਸ਼ਾਹ ਜੀ ਮਾਤਾ ਜੀ ਦੇ ਹਸਤ ਕਮਲਾਂ ਵਿੱਚ ਆਪਣਾ ਸਿਰ ਰੱਖ ਦਿੱਤਾ, ਮਾਤਾ ਭੁਪਿੰਦਰ ਕੌਰ ਜੀ ਨੇ ਸਤਿਗੁਰੂ ਪ੍ਰਤਾਪ ਸਿੰਘ ਦੇ, ਅਤੇ ਉਹ ਇਸ ਤਰ੍ਹਾਂ ਉਹਨਾਂ ਨੇ ਸਵਾਸ ਤਿਆਗੇ ਆਪਣੇ। ਜਦੋਂ ਸਤਿਗੁਰੂ ਜਗਜੀਤ ਸਿੰਘ ਜੀ ਦਾ ਉਹਨਾਂ ਨੇ ਸਵਾਸ ਤਿਆਗੇ ਸਨ 14 ਸਤੰਬਰ 1924 ਨੂੰ। ਸਤਿਗੁਰੂ ਜਗਜੀਤ ਸਿੰਘ ਜੀ ਦਾ ਜਦੋਂ ਆਨੰਦ ਕਾਰਜ ਹੋਇਆ, ਪਹਿਲਾਂ ਮਾਤਾ ਭੁਪਿੰਦਰ ਕੌਰ ਜੀ ਨਾਲ, ਮਾਤਾ ਰਜਿੰਦਰ ਕੌਰ ਜੀ ਨਾਲ। ਮਾਤਾ ਰਜਿੰਦਰ ਕੌਰ ਜੀ ਵੀ ਕਾਫੀ ਢਿੱਲੇ ਰਹਿੰਦੇ ਸਨ। ਜਦੋਂ ਉਹ ਵੀ ਢਿੱਲੇ ਹੋਏ ਅਤੇ ਉਦੋਂ ਵੀ ਸਤਿਗੁਰੂ ਪ੍ਰਤਾਪ ਸਿੰਘ ਜੀ ਉਹਨਾਂ ਦੇ ਕੋਲ ਸਨ। ਅਤੇ ਜਸ ਜੀਵਨ 'ਚ ਲਿਖਿਆ ਵੀ ਪਾਤਸ਼ਾਹ ਜੀ ਨੇ ਆਪਣੇ ਹਸਤਾਂ ਵਿੱਚ ਉਹਨਾਂ ਦਾ ਸਿਰ ਫੜ ਕੇ ਆਪਣੀ ਗੋਦੀ ਵਿੱਚ ਰੱਖਿਆ ਹੋਇਆ ਜਦੋਂ ਉਹਨਾਂ ਦੇ ਅੰਤਲੇ ਸਵਾਸ ਪੂਰੇ ਹੋਏ। ਇਸੇ ਤਰ੍ਹਾਂ ਹੀ ਸਤਿਗੁਰੂ ਬਾਲਕ ਸਿੰਘ ਜੀ ਵੀ ਕਿਰਪਾ ਕੀਤੀ। ਮੈਂ ਤਾਂ ਮੇਰੇ ਧਿਆਨ 'ਚ ਆ ਗਿਆ ਵੀ ਸੱਚ ਪਾਤਸ਼ਾਹ ਜੀ ਇਸ ਤਰ੍ਹਾਂ ਬਖਸ਼ਿਸ਼ ਕਰਦੇ ਆਏ ਨੇ ਕਿ ਜਿਹੜੇ ਮਾਤਾ ਜੀ ਸੱਚ ਪਾਤਸ਼ਾਹ ਜੀ ਦੇ ਨਾਲ ਇੰਨਾ ਪ੍ਰੇਮ ਕਰਦੇ ਸਨ, ਉਹਨਾਂ ਨੇ ਸਤਿਗੁਰ ਜਾਣਿਆ, ਉਹ ਵੀ ਅੱਜ ਚਲੇ ਗਏ। ਫਿਰ ਸਤਿਗੁਰੂ ਬਾਲਕ ਸਿੰਘ ਜੀ ਹੁਕਮ ਕਰਦੇ ਨੇ ਇੱਕ ਦਿਨ ਭਾਈ ਧਨੀ ਰਾਮ ਨੂੰ, ਭਾਈ ਧਨੀ ਰਾਮ ਜੀ ਮੇਰੇ ਨਾ ਇੱਥੇ ਦੇਖ ਕੋਈ ਫਿਮਣੀ ਹੋਈ ਹੈ, ਜਿਵੇਂ ਆਪਾਂ ਕਹਿੰਦੇ ਨਾ ਫਿੰਸੀ ਹੋਈ ਹੈ, ਮੇਰੇ ਇੱਥੇ ਫਿਮਣੀ ਹੋਈ ਹੈ, ਦੇਖ। ਉਹ ਕਹਿੰਦਾ ਜੀ ਤੁਹਾਨੂੰ ਇਹ ਛੋਟੀ ਜਿਹੀ ਫਿਮਣੀ ਕੀ ਆਂਦੀ ਹੈ? ਗੁਰੂ ਸਾਹਿਬ ਹੁਕਮ ਕਰਦੇ ਨੇ ਨਹੀਂ ਭਾਈ, ਇਹ ਹੁਣ ਬੁਲਾਵਾ ਆ ਗਿਆ, ਇਹ ਫਿਮਣੀ ਦਾ ਬੁਲਾਵਾ ਹੀ ਹੈ, ਸਮਝ ਵੀ ਹੁਣ ਆਪਾਂ ਛੇਤੀ ਚਲੇ ਜਾਣਾ ਹੈ। ਉਹਨਾਂ ਨੇ ਮਨ ਉਦਾਸ ਹੋ ਗਿਆ ਧਨੀ ਰਾਮ ਜੀ ਦਾ ਕਿ ਪਾਤਸ਼ਾਹ ਜੀ ਹੁਣ ਛੇਤੀ ਚਲੇ ਜਾਣਗੇ। ਉਹ ਕਹਿੰਦੇ ਜੀ ਅਰਜ਼ ਹੁਕਮ ਕਰੋ ਕੋਈ ਦਵਾਈ ਦਾਰੂ ਕਰ ਲਈਏ। ਗੁਰੂ ਸਾਹਿਬ ਹੁਕਮ ਕਰਦੇ ਨੇ ਨਹੀਂ, ਕੋਈ ਦਵਾਈ ਦਾਰੂ ਨਹੀਂ ਕਰਨਾ,
ਇਹ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਹੁਕਮ ਹੈ ਅਕਾਲ ਪੁਰਖ ਦਾ, ਇਸੇ ਤਰ੍ਹਾਂ ਹੀ ਜਾਣਾ ਹੈ। ਸੰਗਤਾਂ ਨੂੰ ਦੱਸਿਆ ਕਿ ਗੁਰੂ ਸਾਹਿਬ 'ਤੇ ਤਿਆਰੀ ਕਰ ਲਈਏ, ਇਸ ਤਰ੍ਹਾਂ ਵਚਨ ਕੀਤਾ ਕਿ ਮੈਂ ਹੁਣ ਛੇਤੀ ਚਲੇ ਜਾਣਾ ਹੈ। ਫਿਰ ਉਸ ਤੋਂ ਬਾਅਦ ਅਗਲੇ ਦਿਨ ਸੱਚ ਪਾਤਸ਼ਾਹ ਜੀ ਹੁਕਮ ਕਰਦੇ ਨੇ, ਸਾਰੀ ਸੰਗਤ ਆਉਂਦੀ ਹੈ, ਵਿਰਲਾਪ ਕਰਦੀ, ਸੱਚਪਾ ਬਹੁਤ ਧੀਰਜ ਦਿੰਦੇ ਨੇ ਵੀ ਕੋਈ ਗੱਲ ਨਹੀਂ, ਇਹ ਭਾਣਾ ਹੈ ਕਰਤਾਰ ਦਾ, ਇਹ ਇਸੇ ਤਰ੍ਹਾਂ ਹੀ ਹੋਣਾ ਹੈ। 6 ਦਸੰਬਰ 1862 ਨੂੰ ਸਤਿਗੁਰੂ ਬਾਲਕ ਸਿੰਘ ਜੀ ਸ਼ਾਮ ਨੂੰ ਹੁਕਮ ਕਰਦੇ ਨੇ ਕਿ ਮੇਰਾ ਚੌਲ ਛਕਣ ਨੂੰ ਜੀ ਕਰਦਾ ਹੈ। ਸੰਗਤ ਚੌਲ ਲੈ ਕੇ ਆਉਂਦੀ ਬਣਾ ਕੇ, ਪਾਤਸ਼ਾਹ 2 ਗਰਾਈਆਂ ਚੌਲਾਂ ਦੀਆਂ ਛਕ ਕੇ ਹੁਕਮ ਕਰਦੇ ਨੇ ਸਾਡਾ ਅੰਨ ਪਾਣੀ ਖਤਮ ਹੋ ਗਿਆ, ਹੁਣ ਇਸ ਤੋਂ ਬਾਅਦ ਨਹੀਂ ਛਕਣਾ। ਉਦਣ ਰਾਤ ਨੂੰ ਪਾਤਸ਼ਾਹ ਜੀ ਜੋਤੀ ਜੋਤ ਸਮਾ ਜਾਂਦੇ ਨੇ ਸਤਿਗੁਰੂ ਬਾਲਕ ਸਿੰਘ ਜੀ। ਸਤਿਗੁਰੂ ਰਾਮ ਸਿੰਘ ਜੀ ਉਸ ਟਾਈਮ ਲਾਹੌਰ ਦੇ ਕੋਲ ਸਨ। ਉਦੋਂ ਸੰਗਤਾਂ ਨੂੰ ਹੁਕਮ ਹੋਇਆ ਸੀ ਆਪਾਂ ਚੱਲੀਏ ਹਜਰੋਂ ਸਾਹਿਬ। ਰਸਤੇ 'ਚ ਹੀ ਇਹ ਸੁਨੇਹਾ ਮਿਲ ਜਾਂਦਾ, ਫਿਰ ਸਤਿਗੁਰੂ ਰਾਮ ਸਿੰਘ ਜੀ ਵਾਪਸ ਭੈਣੀ ਸਾਹਿਬ ਆ ਜਾਂਦੇ ਨੇ। ਇਸ ਤਰ੍ਹਾਂ ਸਤਿਗੁਰੂ ਬਾਲਕ ਸਿੰਘ ਜੀ ਸਤਿਗੁਰੂ ਰਾਮ ਸਿੰਘ ਜੀ ਨੂੰ ਗੱਦੀ ਦੇ ਕੇ 6 ਦਸੰਬਰ 1862 ਨੂੰ ਇਸ ਸੰਸਾਰ ਦਾ ਜੋਤੀ ਜੋਤ ਸਮਾ ਕੇ ਚਲੇ ਜਾਂਦੇ ਨੇ। ਮੈਂ ਇੰਨਾ ਕੁਝ ਹੀ ਕਹਿੰਦਾ ਹੋਇਆ ਸਾਰੀ ਸਾਧ ਸੰਗਤ ਨੂੰ ਖਿਮਾ ਦਾ ਜਾ ਚੁੱਕਾ। ਸਤਿ ਸ੍ਰੀ ਅਕਾਲ।